और सब प्रभु की हजूरी में चलांगे फिर तो। और जिस तरह खुदा दे वचन च लिखा कूच 23:25 कि तुसी अपने यहोवा प्रभु की बंदगी करनी बंद। प्रभु ने कहा मैं तेरी रोटी में आशीष देवांगा, मैं तेरे पानी च आशीष देवांगा, मैं तेरे चो बीमारी नूं की कर देवांगा। वेखो किन्ना बंदगी करन दे आपां नूं किन्ने फायदे आ। पहले नंबर ते साडी ब्लैसिंग बेस्ट हुंदी, साडा शरीर जिहड़ा बेस्ट हुंदा ते प्रभु सानू आशीष दिंदा, क्योंकि बंदगी करन दे बहुत ज़्यादा फायदे आ। आओ असीं अज खुदा दी हजूरी विच चलांगे। लूका दी इंजील असीं देखण जा रहे खुदा दा वचन। लूका ਉਹਦੇ 13 नंबर चैप्टर ਉਹਦੀ ਆਪਾਂ 10 नंबर ਐਤ ਤੋਂ ਪੜਾਂਗੇ और ਅੱਜ ਸਮਝਣਾ ਵਾ ਕੁਝ ਬਿਮਾਰੀਆਂ ਹੁੰਦੀਆਂ ਵਾ ਜਿਹੜੀਆਂ ਦੁਸ਼ਟ ਆਤਮਾ ਦੀ ਔਰਤ ਹੁੰਦੀਆਂ। ਅੱਜ ਦਾ ਮੇਨ ਜਿਹੜਾ ਟੌਪਿਕ ਆ, ਹੁਣ ਮੰਨ ਲਓ ਜੇ ਮਸਾ ਆਪਣੇ ਕੋਲ ਆ ਤੇ ਮਸਾ ਸਾਨੂੰ ਸਾਰਾ ਕੁਝ ਵਿਖਾ ਰਿਹਾ ਕਿ ਆਹ ਚੀਜ਼ ਇੱਥੇ ਆ, ਇੱਥੇ ਇਦਾਂ ਵਾ। ਜੇ ਤੁਹਾਡੇ ਕੋਲ ਮਸਾ ਨਹੀਂ ਹੋਏਗਾ ਤੁਸੀਂ ਕਿਦਾਂ ਦੱਸੋਗੇ ਕਿ ਇਸ ਬੰਦੇ ਨੂੰ ਬਿਮਾਰੀ ਆ ਕਿ ਜਾਨੂੰ ਦੁਸ਼ਟ ਆਤਮਾ ਚੰਬੜਿਆ? ਕਿੰਨੇ ਲੋਕਾਂ ਨੂੰ ਸਮਝ ਆ ਰਹੀ ਹੈ? ਅੱਜ ਆਪਣਾ ਟੌਪਿਕ ਇਹੀ ਆ ਕਿ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਦਾਸ ਆ ਉਹ ਸਪਿਰਿਚੁਅਲ ਹੋਣਾ ਚਾਹੀਦਾ। ਉਹਨੂੰ ਪਤਾ ਹੋਣਾ ਚਾਹੀਦਾ ਕਿ ਪਿੱਛੇ ਇਹਦੇ ਬੰਦੇ ਦੇ ਮਗਰ ਬਿਮਾਰੀ ਕੰਮ ਕਰ ਰਹੀ ਆ ਕਿ ਜਾਂ ਇਹਦੇ ਪਿੱਛੇ ਦੁਸ਼ਟ ਆਤਮਾ ਕੰਮ ਕਰ ਰਹੀ ਹੈ। ਅੱਜ ਕਿੰਨੇ ਲੋਕ ਦੁਸ਼ਟ ਆਤਮਾ ਹੁੰਦੀ ਤੋਂ ਕਹਿੰਦੇ ਨਹੀਂ ਤੁਸੀਂ ਜਾ ਕੇ ਡਾਕਟਰ ਦੇ ਕੋਲੋਂ ਇਲਾਜ ਕਰਾਓ, ਇਹ ਡਾਕਟਰੀ ਪ੍ਰੋਬਲਮ ਆ। ਡਾਕਟਰੀ ਵੀ ਇਲਾਜ ਕਰਾਉਂਦੇ ਤਾਂ ਵੀ ਲੋਕ ਚੰਗੇ ਕੀ ਆ, ਕਿਉਂਕਿ ਬਿਮਾਰੀ ਹੁੰਦੀ ਆ ਦੁਸ਼ਟ ਆਤਮਾ ਵੱਲੋਂ। ਅੱਜ ਆਪਾਂ ਦੇਖਣ ਜਾ ਰਹੇ ਆ, ਇਹਦਾ ਟੌਪਿਕ ਆ ਸ਼ਬਦ ਦੇ ਦਿਨ ਕੁਬੜੀ ਤੀਵੀਂ ਦਾ ਚੰਗਾ ਹੋਣਾ। ਪ੍ਰਭੂ ਯਿਸੂ ਨੇ ਸ਼ਬਦ ਦੇ ਦਿਨ ਉਸ ਕੁਬੜੀ ਔਰਤ ਨੂੰ ਚੰਗਾ ਕੀਤਾ। ਅੱਜ ਆਪਾਂ ਦੇਖਣ ਜਾ ਰਹੇ ਆ ਕਿ ਪ੍ਰਭੂ ਨੇ ਸ਼ਬਦ ਦੇ ਦਿਨ, ਜਿੱਥੇ ਕਿ ਜਿਹੜੇ ਸਦੂਕੀ ਤੇ ਫਰੀਸੀ ਲੋਕ ਸੀ ਉਹ ਸਭ ਤੋਂ ਜ਼ਿਆਦਾ ਪ੍ਰਭੂ ਤੋਂ ਨਫ਼ਰਤ ਕਰਦੇ ਸੀ ਕਿ ਸ਼ਬਦ ਦੇ ਦਿਨ ਵਿੱਚ ਲੋਕਾਂ ਨੂੰ ਚੰਗਾ ਕਿਉਂ ਕਰਦਾ। ਚੰਗਿਆਈ ਕਰਨ ਤੇ ਵੀ ਪ੍ਰਭੂ ਨੇ ਮਤਲਬ ਕਿ ਲੋਕਾਂ ਨੇ ਉਹਦਾ ਵਿਰੋਧ ਕੀਤਾ। ਇਹ ਆਪਾਂ ਦੇਖਣ ਜਾ ਰਹੇ ਆ ਕਿ ਦੁਸ਼ਟ ਆਤਮਾ ਕਿਦਾਂ ਦੀ ਆ, ਜਿਹੜੀ ਚੀਕਾਂ ਵੀ ਨਹੀਂ ਮਾਰਦੀ, ਨਾ ਰੌਲਾ ਪਾਉਂਦੀ ਆ, ਚੁੱਪ ਕਰਕੇ ਅੰਦਰੋਂ ਅੰਦਰ ਹੀ ਆਪਣਾ ਕੰਮ ਕੀਆ ਕਰਦੀ ਆ। ਅੱਜ ਆਪਾਂ ਦੇਖਣ ਜਾ ਰਹੇ ਆ। ਅੱਜ ਆਪਾਂ ਕਹਿਣਾ ਪਰਮੇਸ਼ਵਰ ਕਿ ਜਿੱਦਾਂ ਲੀਸ਼ਾ ਦੇ ਚੇਲੇ ਦੀਆਂ ਗਹੇਜੀ ਦੀਆਂ ਅੱਖਾਂ ਖੁੱਲੀਆਂ, ਅੱਜ ਪ੍ਰਭੂ ਮੇਰੀਆਂ ਆਤਮਿਕ ਅੱਖਾਂ ਖੋਲ। ਅੱਜ ਤੁਸੀਂ ਆਤਮਿਕ ਅੱਖਾਂ ਮੰਗਣੀਆਂ ਕਿ ਮੇਰੀ ਖੋਲ ਪ੍ਰਭੂ, ਮੈਨੂੰ ਪਤਾ ਚੱਲ ਸਕੇ ਕਿ ਮੇਰੇ ਪਰਿਵਾਰ ਦੇ ਪਿੱਛੇ ਸ਼ੈਤਾਨ ਕੰਮ ਕਰ ਰਿਹਾ ਕਿ ਜਾਂ ਬਿਮਾਰੀ ਆ। ਕਿੰਨੇ ਲੋਕਾਂ ਨੂੰ ਸਮਝ ਆ ਰਹੀ ਹੈ? ਲਿਖੋ ਟੌਪਿਕ ਅੱਜ ਕਿ ਅੱਜ ਕੁਬੜੀ ਔਰਤ ਦੀ ਬਿਮਾਰੀ ਸੀ ਕਿ ਜਾਂ ਦੁਸ਼ਟ ਆਤਮਾ ਸੀ। ਇਹ ਆਪਾਂ ਸਿੱਖਣ ਜਾ ਰਹੇ ਹਾਂ। ਜੇ ਆਪਾਂ ਆਤਮਿਕ ਨਹੀਂ ਆ, ਜੇ ਆਪਣੇ ਕੋਲ ਵਰਦਾਨ ਨਹੀਂ ਹੈ, ਜੇ ਖੁਦਾ ਦਾ ਭੇਤ ਨਹੀਂ ਆ ਤੇ ਆਪਾਂ ਕਦੀ ਵੀ ਸੇਵਕਾਈ ਨਹੀਂ ਕਰ ਸਕਦੇ। ਕਿਉਂਕਿ ਬਾਈਬਲ 'ਚ ਤਿਮੋਥੀਅਸ ਨੇ ਕੀ ਲਿਖਿਆ ਆਂਦਾ, ਭਗਤੀ ਦਾ ਭੇਤ। ਭਗਤੀ ਕਿਹਦੀ ਆ? ਭੇਤ ਦੀ ਆ। ਜੇ ਤੁਹਾਨੂੰ ਨਹੀਂ ਪਤਾ ਬਿਮਾਰੀ ਕੀ ਆ, ਤੁਸੀਂ ਅਗਲੇ ਬੰਨੇ ਕੀ ਦੱਸੋਗੇ ਕਿਸੇ ਨੂੰ? ਸਮਝ ਲੱਗ ਰਹੀ ਕਿ ਨਹੀਂ ਲੱਗ ਰਹੀ? ਹਾਲੇਲੂਇਆ। ਇਹਨਾਂ ਗੱਲਾਂ ਨੂੰ ਤੁਸੀਂ ਯਾਦ ਰੱਖਣਾ। ਅੱਜ ਸਾਨੂੰ ਪਤਾ ਲੱਗਣਾ ਚਾਹੀਦਾ ਵਾ ਸਾਡੇ ਪਿੱਛੇ ਡਿਵਲ ਕੰਮ ਕਰ ਰਿਹਾ ਕਿ ਜਾਂ ਬਿਮਾਰੀ ਕੰਮ ਕਰ ਰਹੀ ਆ। ਇਹਦਾ ਮਤਲਬ ਇਹ ਆ। ਸਭ ਖੋਲਾਂਗੇ ਲੂਕਾ ਦੀ ਇੰਜੀਲ ਉਹਦੇ 13 ਦੀ ਉਹਦੀ 10:35 ਤੋਂ ਸ਼ੁਰੂ ਕਰਾਂਗੇ ਆਪਾਂ। ਹਾਂਜੀ। ਉਹ ਸਬਤ ਦੇ ਦਿਨ ਕਿਸੇ ਸਮਾਜ ਵਿੱਚ ਉਪਦੇਸ਼ ਦਿੰਦਾ ਸੀ। ਹਾਂ। ਅਤੇ ਵੇਖੋ ਇੱਕ ਤੀਵੀ ਸੀ ਜਿਸ ਨੂੰ 18 ਵਰ੍ਹਿਆਂ ਤੋਂ ਮਾਂਦਗੀ ਦਾ ਆਤਮਾ ਚੰਬੜਿਆ ਹੋਇਆ ਸੀ। ਕਿੰਨੇ ਵਰ੍ਹਿਆਂ ਤੋਂ? ਹਾਲੇਲੂਇਆ। ਉਹ ਸ਼ਬਦ ਦੇ ਦਿਨ ਕੌਣ? ਪ੍ਰਭੂ ਯਿਸੂ। ਲਿਖਿਆ ਉਹ ਸ਼ਬਦ ਦੇ ਦਿਨ। ਸ਼ਬਦ ਦਾ ਮਤਲਬ ਕਿ ਸ਼ਨੀਵਾਰ ਹੁੰਦਾ ਹੀ ਸ਼ਬਦ। ਤੁਹਾਨੂੰ ਕੋ ਪੁੱਛ ਲੈ ਸ਼ਬਦ ਕਿਹਨੂੰ, ਤੁਸੀਂ ਕੀ ਕਹੋਗੇ? ਸ਼ਬਦ ਵਿੱਚ ਸ਼ਨੀਵਾਰ। ਪੁਰਾਣੇ ਜਿੰਨੇ ਵੀ ਨਬੀ ਸੀ, ਜਿੰਨੇ ਵੀ ਪੁਰਾਣੇ, ਜੇ ਆਪਾਂ ਪੁਰਾਣੇ ਨੇਮ ਨੂੰ ਦੇਖੀਏ ਤਾਂ ਜਿਹੜਾ ਚਰਚ ਲਾਉਂਦੇ ਉਹ ਸ਼ਬਦ ਦੇ ਦਿਨ ਹੀ ਲਾਉਂਦੇ ਸੀ, ਮਤਲਬ ਕਿ ਸ਼ਨੀਵਾਰ। ਪ੍ਰਭੂ ਦੇ ਮੁਰਦਿਆਂ ਤੋਂ ਜਿੰਦਾ ਹੋਣ ਤੋਂ ਬਾਅਦ ਸੰਡੇ ਲੱਗਣਾ ਕੀ ਹੋ ਗਿਆ? ਸ਼ੁਰੂ। ਪਹਿਲੇ ਜਿਹੜਾ ਸ਼ਬਦ ਦਾ ਦਿਨ ਸੀ ਉਹ ਸ਼ਨੀਵਾਰ ਸੀ। ਲਿਖਿਆ ਉਹ ਸ਼ਬਦ ਦੇ ਦਿਨ ਕਿਸੇ ਸਮਾਜ ਵਿੱਚ ਉਪਦੇਸ਼ ਦਿੰਦਾ, ਕਹਿੰਦਾ ਮਤਲਬ ਕਿਸੇ ਪਿੰਡ ਵਿੱਚ, ਕਿਸੇ ਨਗਰ ਵਿੱਚ ਉਪਦੇਸ਼, ਕਿ ਉਹ ਪ੍ਰਭੂ ਦਾ ਵਚਨ ਕੀ ਕਰ ਰਿਹਾ ਸੀ? ਕੌਣ? ਪ੍ਰਭੂ ਯਿਸੂ। ਲੂਕਾ ਕਿਹਦੇ ਬਾਰੇ ਕਹਿ ਰਿਹਾ? ਪ੍ਰਭੂ ਯਿਸੂ ਦੇ ਬਾਰੇ। ਲਿਖਿਆ ਉਪਦੇਸ਼। ਉਪਦੇਸ਼ ਦਾ ਮਤਲਬ ਹੁੰਦਾ ਵਚਨ ਦੇਣਾ। ਪ੍ਰਭੂ ਸਮਾਜਾਂ ਦੇ ਵਿੱਚ ਜਾ ਕੇ ਕੀ ਕਰ ਰਿਹਾ? ਵਚਨ ਦੇ ਰਿਹਾ। ਹਾਂਜੀ। ਅਤੇ ਵੇਖੋ ਇੱਕ ਤੀਵੀ ਸੀ ਜਿਸ ਨੂੰ 18 ਵਰ੍ਹਿਆਂ ਤੋਂ ਮਾਂਦਗੀ ਦਾ ਆਤਮਾ ਚੰਬੜਿਆ ਹੋਇਆ ਸੀ। ਬੱਚਾ ਸਾਈਡ ਤੇ ਲੈ ਜਾਓ। ਅਤੇ ਉਹ ਕੁੱਬੀ ਹੈ ਸੀ ਅਤੇ ਕਿਸੇ ਤੂੰ ਅਗਲੀ ਸਾਈਡ। ਇੱਕ ਮਿੰਟ, ਤੂੰ ਇੱਥੇ ਅੱਗੇ ਆ ਜਾ। ਤੇਰਾ ਅੱਗੇ ਡਰਾਮਾ ਬੜਾ ਪਛਾਣ ਜਾਂਦਾ ਈ। ਅੱਗੇ ਆ, ਉੱਥੇ ਬੈਠ। ਅੱਗੇ ਚੱਲ ਕੇ। ਤੇਰੀ ਪੈਨ ਬਾਈਬਲ ਡਾਇਰੀ ਕਿੱਥੇ ਆ?
है नीचे चल जा, पेन ते डायरी बाइबल फड़ के लिया, चल जा चुप करके उत्ते चल जा। हालेलुया। हाँ जी। ਅਤੇ ਵੇਖੋ ਇੱਕ ਤੀਵੀ ਸੀ ਜਿਹਨੂੰ 18 ਵਰਿਆਂ ਤੋਂ ਮਾਂਦਗੀ ਦਾ ਆਤਮਾ ਚੰਬੜਿਆ ਹੋਇਆ ਸੀ ਅਤੇ ਉਹ ਕੁੱਬੀ ਹੈ ਸੀ ਅਤੇ ਕਿਸੇ ਤਰ੍ਹਾਂ ਸਿੱਧੀ ਨਹੀਂ ਹੋ ਸਕਦੀ ਸੀ। ਕਿਸੇ ਤਰ੍ਹਾਂ ਸਿੱਧੀ ਹੋ ਗਈ ਆ। ਹੁਣ ਇਹ ਜਿਹੜੀ ਜਨਾਨੀ ਆ ਇਹ ਚਰਚ ਵੀ ਜਾਂਦੀ 18 ਸਾਲ ਤੋਂ। ਹੁਣ ਧਿਆਨ ਦੇ ਕੇ ਸੁਣਨਾ, ਇਹ 18 ਸਾਲ ਤੋਂ ਚਰਚ ਜਾਂਦੀ ਆ, ਪਰ ਜਿਹੜੇ ਚਰਚ ਜਾ ਰਹੀ ਆ ਉੱਥੋਂ ਦੇ ਪਾਸਟਰ ਨੂੰ ਇਹ ਨਹੀਂ ਪਤਾ ਕਿ ਇਹਨੂੰ ਦੁਸ਼ਟ ਆਤਮਾ ਚੰਬੜਿਆ ਕਿ ਜਾਂ ਇਹਨੂੰ ਬਿਮਾਰੀ ਆ। ਲਿਖਿਆ ਉਹਨੂੰ ਇਹੋ ਜਿਹੀ ਕੁੱਬਾ ਕੀਤਾ ਇਸ ਸ਼ੈਤਾਨ ਨੇ, ਉਹ ਕਦੀ ਵੀ ਸਿੱਧੀ ਹੋ ਗਈ ਆ। ਅੱਜ ਕਿੰਨੇ ਲੋਕ ਜਿਹੜੇ 18 ਸਾਲ ਤੋਂ ਚਰਚ ਜਾ ਰਹੇ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਪਿੱਛੇ ਕੰਮ ਕਿਹੜੀ ਚੀਜ਼ ਕਰਦੀ ਆ। ਕਿੰਨੇ ਲੋਕਾਂ ਨੂੰ ਸਮਝਾ ਰਹੀ, ਟੈਸਟ ਕਰਾਉਂਦੇ, ਟੈਸਟਾਂ ਵਿੱਚ ਕੁਝ ਵੀ ਰਿਪੋਰਟ 'ਚ ਨਹੀਂ ਹੁੰਦਾ। ਇਹਦਾ ਮਤਲਬ ਕੀ ਆ ਕਿ ਇਹਨੂੰ ਦੁਸ਼ਟ ਆਤਮਾ ਦੀ ਪ੍ਰੋਬਲਮ ਹੈ। ਅੱਜ ਤੁਸੀਂ ਇਹੋ ਸਿੱਖਣ ਵਾਸਤੇ ਜਾ ਰਹੇ ਕਿ ਜੇ ਚਰਚ ਆ ਰਹੇ ਪਰ ਸਾਡੇ ਨਾਲ ਫਿਰ ਵੀ ਸ਼ੈਤਾਨ ਸਫਾਈ ਨਾਲ ਸਾਡੇ ਘਰਾਂ 'ਚ ਕੰਮ ਕੀ ਹੈ। ਅੱਜ ਆਪਾਂ ਇਹ ਸਿੱਖਣਾ। ਹੁਣ ਇਹ 18 ਸਾਲ ਤੋਂ ਚਰਚ ਜਾਂਦੀ, ਪਰ ਜਿਹੜੇ ਚਰਚ ਨੂੰ ਅਟੈਂਡ ਕਰਦੀ ਉੱਥੋਂ ਦਾ ਜਿਹੜਾ ਪਾਸਟਰ ਉਹ ਸਪਿਰਚੁਅਲ ਨਹੀਂ ਸੀ, ਉਹ ਆਤਮਿਕ ਨਹੀਂ ਸੀ। ਹੁਣ ਆਪਾਂ ਵੇਖੋ ਜਦੋਂ ਗੈਰ ਭਾਸ਼ਾ 'ਚ ਪ੍ਰੇਅਰ ਕਰ ਰਹੇ, ਉਸ ਤੋਂ ਬਾਅਦ ਆਪਾਂ ਵਰਸ਼ਿਪ ਕਰ ਰਹੇ, ਪ੍ਰਭੂ ਕੱਲੇ ਕੱਲੇ ਦਾ ਮਨ ਦੱਸ ਰਿਹਾ ਕਿ ਇਹਦੇ ਮਨ 'ਚ ਆ ਚੱਲ ਰਿਹਾ, ਇਹਦੀ ਪ੍ਰੋਬਲਮ ਆ ਚੱਲ ਰਹੀ ਆ, ਇਹਦੀ ਇੰਨੀ ਪ੍ਰੇਅਰ ਜਾ ਚੁੱਕੀ ਆ, ਇਹ ਪ੍ਰੇਅਰ ਨਹੀਂ ਕਰ ਰਿਹਾ। ਇਹ ਕੀ ਆ? ਬੋਲੋ ਇਹ ਕੀ ਆ? ਇਹ ਖੁਦਾ ਦਾ ਮਸਾ ਵਾ। ਕਿਉਂਕਿ ਪ੍ਰਭੂ ਜਿਹੜਾ ਇਹ ਦਿਲ ਦੀਆਂ ਗੱਲਾਂ ਪੜ੍ਹ ਕੀ ਕਰਦਾ ਸੀ। ਫਿਰ ਆਪਾਂ ਨੂੰ ਲੋੜ ਹੈ ਕਿ ਨਹੀਂ, ਇੱਧਰ ਲੋੜ ਹੈ ਕਿ ਨਹੀਂ ਇਸ ਮਸੇ ਦੀ ਕਿ ਸਫਾਈ ਨਾ ਹੋਣਾ, ਸ਼ਿਕਾਰ ਬਣਨਾ ਉਹਦੇ। ਕੁੱਤਾ ਆਵੇ ਤੇ ਸਾਨੂੰ ਜਦੋਂ ਮਰਜ਼ੀ ਖਾ ਕੇ ਗਾਂ ਜਾਵੇ। ਹਰ ਬੰਦੇ ਦੇ ਕੋਲ ਮਸਾ ਹੋਣਾ ਚਾਹੀਦਾ। ਹਰ ਬੰਦੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹਦੇ ਪਿੱਛੇ ਕੰਮ ਕਿਹੜੀ ਚੀਜ਼ ਕਰਦੀ। ਮੈਨੂੰ ਪ੍ਰਭੂ ਨੇ ਦੱਸਿਆ ਕਿ ਤੂੰ ਕੀ ਸੋਚਦਾ ਕਿ ਮੇਰੇ ਦਾਸ ਨੂੰ ਸ਼ੈਤਾਨ ਨੇ ਮਾਰਿਆ। ਪ੍ਰਭੂ ਨੇ ਕਿਹਾ ਨਹੀਂ, ਸ਼ੈਤਾਨ ਮੇਰੇ ਦਾਸ ਨੂੰ ਹੱਥ ਵੀ ਨਹੀਂ ਸੀ ਲਾ ਸਕਦਾ, ਕਿਉਂਕਿ ਭਵੇਂ ਸੰਤ ਠੀਕ ਹੈ ਬਿਰਧ ਬਜ਼ੁਰਗ ਹੋ ਗਈ, ਫਿਰ ਵੀ 8-8 ਘੰਟੇ 5-5 ਘੰਟੇ ਪ੍ਰੇਅਰ ਕਰਦੇ ਹੀ, ਲਗਾਤਾਰ ਬਾਈਬਲ ਦੇ ਵਿੱਚ ਰਹਿੰਦੇ, ਇੰਨੀ ਪ੍ਰਾਰਥਨਾ ਹੀ। ਪ੍ਰਭੂ ਨੇ ਮੈਨੂੰ ਦੱਸਿਆ, ਖੁਦ ਵੇਖੋ ਖੁਦਾ ਨੇ ਗਵਾਹੀ ਦਿੱਤੀ ਆ। ਫਿਰ ਪ੍ਰਭੂ ਨੇ ਕਿਹਾ ਉਹਦਾ ਸਮਾਂ ਉਹਨੂੰ ਮੈਂ ਖੜਿਆ, ਸ਼ੈਤਾਨ ਨੂੰ ਉਹਨੂੰ ਛੂਹ ਵੀ ਨਹੀਂ ਸੀ ਸਕਦਾ। ਚੋ ਮੈਂ ਜਿਆਦਾ ਪ੍ਰੇਅਰ ਦੀ ਗੱਲ ਨਹੀਂ ਕਰਦਾ, ਤੁਸੀਂ ਕੰਨ ਵਿੱਚ ਬੂਰੀ ਪੜੋ, ਸ਼ੈਤਾਨ ਤੁਹਾਨੂੰ ਉਂਗਲ ਵੀ ਲਾ ਗਈ ਆ। ਕੱਲਾ ਕੰਨ ਵੀ ਇੱਕੋ ਹੀ ਜਬੂਰ ਉਹਦੀ ਮਾਰ ਮਾਰ ਕੇ ਉਹਦੀਆਂ ਤੱਜੀਆਂ ਡਾ ਦਿੰਦਾ। ਬਾਕੀ ਵੇਖੋ ਮੇਰੇ ਚੀਜ਼ੋ, ਜਦੋਂ ਸਮਾਂ ਆ ਗਿਆ ਉਦੋਂ ਤੁਹਾਨੂੰ ਪਤਾ ਜਾਣਾ ਹੀ ਕੀ ਹੈ, ਜਾਣਾ ਪੈਣਾ ਵਾ। ਉਹ 'ਚ ਕੋਈ ਇਹੋ ਜਿਹੀ ਗੱਲ ਨਹੀਂ। ਵਿਧੀ ਬਣਾਏਗਾ ਖੁਦਾ, ਸਿੱਧਾ ਨਹੀਂ ਖੜੇਗਾ, ਕੋਈ ਪਲਾਨ ਕਰੇਗਾ ਫਿਰ ਲੈ ਕੇ ਜਾਏਗਾ। ਹੁਣ ਟੀਬੀ ਯਹੋਸ਼ੁਆ ਦੇ ਬਾਰੇ ਕਿੰਨੇ ਲੋਕ ਜਾਣਦੇ? ਟੀਬੀ ਯਹੋਸ਼ੁਆ ਨੇ ਜਦੋਂ ਸੰਡੇ ਮੀਟਿੰਗ ਕੀਤੀ ਆ, ਉਸ ਤੋਂ ਬਾਅਦ ਉਹਨੇ ਆਪਣੀ ਘਰ ਵਾਲੀ ਨੂੰ ਆਖਿਆ ਕਿ ਮੈਂ 1 ਘੰਟਾ ਪ੍ਰੇਅਰ ਕਰਨੀ ਪ੍ਰੇਅਰ ਰੂਮ ਦੇ ਵਿੱਚ। ਜਦੋਂ ਆਪਣੇ ਪ੍ਰੇਅਰ ਰੂਮ ਦੇ ਵਿੱਚ ਗਿਆ, ਪ੍ਰੇਅਰ ਕਰਨ ਡਿਆ ਪਿਆ, ਉਹਨਾਂ ਵੇਖਿਆ 3 ਘੰਟੇ ਹੋ ਗਏ ਅਜੇ ਤੱਕ ਪ੍ਰੇਅਰ ਰੂਮ ਚੋਂ ਬਾਹਰ ਹੀ ਨਹੀਂ ਆਉਣ ਡਿਆ। ਇੰਨਾ ਟਾਈਮ ਲਾਤਾ। ਫਿਰ ਜਿਹੜੇ ਉਹਨਾਂ ਦੇ ਬਾਉਂਸਰ ਸੀ, ਜਿਹੜੇ ਬਾਉਂਸਰ ਰੱਖੇ ਹੁੰਦੇ, ਉਹਨਾਂ ਨੇ ਦੱਸਿਆ ਚਿੜਕਣੀ ਤੋੜੀ, ਬੂਹਾ ਤੋੜਿਆ। ਅੰਦਰ ਜਾ ਕੇ ਜਦੋਂ ਟੀਵੀ ਯਹੋਸ਼ੁਆ ਨੇ ਵੇਖਿਆ ਤਾਂ ਉੱਥੇ ਤੋਂ ਉੱਥੇ ਆਇਆ ਕਰਕੇ ਇੱਦਾਂ ਪਿਆ। ਵੇਖੋ ਮੌਤ ਕਿੱਦਾਂ ਹੁੰਦੀ ਸੰਤਾਂ ਦੀ। ਉਹਨੇ ਜਾਣ ਤੋਂ ਪਹਿਲੇ ਕਹਿਤਾ ਹੀ ਇੱਕ ਸਮਾਂ ਆਉਣ ਦਾ ਤੇ ਇੱਕ ਸਮਾਂ ਕੀ ਹੈ। ਉਹਨੇ ਕੰਨ ਵਿੱਚ ਬੂਰ ਤੇ ਇੱਕ ਵਚਨ ਦਿੱਤਾ ਹੀ। ਹੁਣ ਮੇਰੇ ਦਿਮਾਗ ਚੋਂ ਨਿਕਲ ਗਿਆ ਵਾ ਕੰਨ ਵਿੱਚ ਬੂਰ 'ਚ। ਇਸ ਕਰਕੇ ਮੇਰੇ ਜੀਜੋ, ਸਾਡਾ ਪ੍ਰਭੂ ਨੇ ਸਮਾਂ ਠਹਿਰਾਇਆ, ਇੱਕ ਸਮਾਂ ਆਉਣ ਦਾ, ਇੱਕ ਸਮਾਂ ਜਾਣ ਦਾ। ਔਰ 55 ਸਾਲ ਦੇ ਵਿੱਚ ਉਹਨੇ ਸੇਵਕਾਈ ਨੂੰ ਸਮਾਪਿਤ ਕੀਤਾ। ਔਰ 35 ਸਾਲ ਵੱਡੇ ਸੰਤਾਂ ਨੇ ਵੀ ਸੇਵਕਾਈ ਕੀਤੀ ਆ। ਉਹ 35 ਸਾਲ ਦੀ ਸਰਵਿਸ ਕਰਕੇ ਗਏ ਆ ਔਰ ਖੁਦਾ ਨੇ ਉਹਨਾਂ ਨੂੰ ਬਹੁਤ ਸਾਰੀ ਆਸ਼ੀਸ਼ ਦਿੱਤੀ ਆ। ਆਮੀਨ। ਹੁਣ ਅੱਜ ਦਾ ਜਿਹੜਾ ਮੁੱਦਾ ਵਾ, ਜਿਹੜਾ ਆਪਾਂ ਪੜ੍ਹ ਰਹੇ ਆ, ਇਹ ਆ ਕਿ ਜੇ ਸਾਨੂੰ ਨਹੀਂ ਪਤਾ, ਸਾਡੇ ਕੋਲ ਆਤਮਾ ਨਹੀਂ ਆ, ਸਾਨੂੰ ਕਿੱਦਾਂ ਪਤਾ ਲੱਗੇਗਾ ਸਾਡੀ ਲਾਈਫ 'ਚ ਕੀ ਹੋ ਰਿਹਾ ਜਾਂ ਸਾਡੇ ਘਰ ਵਿੱਚ ਕਿਹੜੀ ਚੀਜ਼ ਕੰਮ ਕਰ ਰਹੀ ਆ। ਕਿਉਂਕਿ ਇਸ ਜਗ੍ਹਾ ਤੇ ਆਣ ਕੇ ਅੱਜ ਦਾ ਜਿਹੜਾ ਮੈਸੇਜ ਆ, ਇਹ ਕਿਹੜੀ ਚੀਜ਼ ਨੂੰ ਦੱਸਦਾ? ਮਸਾ ਸਾਡੇ ਜੀਵਨ 'ਚ ਹੋਣਾ ਚਾਹੀਦਾ। ਅੱਜ ਡਾਕਟਰ ਮੰਨ ਲਓ ਅਲਟਰਾਸਾਊਂਡ ਲਾਉਂਦਾ, ਜੇ ਅਲਟਰਾਸਾਊਂਡ ਦੇ ਵਿੱਚ ਕੁਝ ਆਏਗਾ ਤੇ ਮੈਡੀਸਨ ਦੇਗਾ ਉਸ ਬਿਮਾਰੀ ਦੀ, ਤੇ ਜੇ ਅਲਟਰਾਸਾਊਂਡ 'ਚ ਨਹੀਂ ਕੁਝ ਆਉਂਦਾ ਤੇ ਫਿਰ ਇਲਾਜ ਕਿਹੜੀ ਚੀਜ਼ ਦਾ ਕਰੇਗਾ ਉਹ? ਕਿੰਨੇ ਲੋਕਾਂ ਨੂੰ ਸਮਝ ਆ ਰਹੀ ਹੈ? ਸਭ ਤੋਂ ਪਹਿਲਾਂ ਇਸ ਵਚਨ ਨੂੰ ਧਿਆਨ ਦੇ ਕੇ ਸਮਝਣਾ ਬੁੱਧੀ ਦੇ ਨਾਲ ਕਿ ਵਾਕਿਆ ਕੁਬੜੀ ਔਰਤ ਜਿਹੜੀ 18 ਸਾਲ ਤੋਂ ਚਰਚ ਅਟੈਂਡ ਕਰਦੀ, 18 ਸਾਲ ਤੋਂ ਚਰਚ ਨਾਲ ਜੁੜੀ, ਪਰ ਹੀਲ ਕਿਉਂ ਨਹੀਂ ਹੋ ਸਕੀ? ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੇ ਸਾਡਾ ਪਾਸਟਰ ਮਿਹਨਤੀ ਆ, ਸਪਿਰਚੁਅਲ ਆ, ਤੇ ਉਹਨੂੰ ਪ੍ਰਭੂ ਦੀ ਆਤਮਾ ਨੇ ਦੱਸ ਹੀ ਦੇਣਾ ਕਿ ਇਹਨੂੰ ਬਿਮਾਰੀ ਕੀ ਹੈ, ਇਹਨੂੰ ਸ਼ੈਤਾਨੀ ਆ ਕਿ ਜਾਂ ਦੇ ਅੰਦਰ ਬਿਮਾਰੀ ਆ। ਮੇਰਾ ਕਹਿਣ ਦਾ ਮਤਲਬ ਇਹ ਆ, ਕਿੰਨੇ ਲੋਕਾਂ ਨੂੰ ਸਮਝ ਆ ਰਹੀ, ਸਮਝ ਲੱਗ ਰਹੀ? ਅੱਜ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਘਰ ਵਿੱਚ ਬਿਮਾਰੀ ਆ,
कि ਜਾਂ शैतानी रूह ਨੂੰ परेशान कर रही है। पर पता कितना लगेगा जे तुसी पहले नंबर ते आत्मिक चर्च नाल जुड़े होगे। तो जे 5 मिनट वाले चर्च नाल जुड़े, 2 भजन लाए, 15 मिनट आ बोले तो चलो जी चलो जी चलो चलो, की होएगा उत्थे? जेड़ा 5 मिनट की प्रेयर करेगा वो की करेगा? प्रभु यीशु 5 मिनट प्रेयर नहीं सी करते। प्रभु यीशु पूरी पूरी रात पहाड़ी ते जाके क्यों प्रेयर करते? वो अपना रिश्ता प्रभु दे नाल कायम करते। हालेलुया। समझ आई कि नहीं आई? जे बंबारी वड्डी है तो समा भी की होना चाहिए, जे नशा वड्डा तो समा भी की होना चाहिए। तो लोग कहते नहीं जी नहीं, ये 4 वजा देंगे तो 5 वजा देंगे। वो गिज्जे होंगे तो गोंगलुआं तो मिट्टी झाड़ती। ठीक होई है ਜਾਂ ना ही अपन टाइम सही होना चाहिए है। उत्थे गवाही बड़े ਜਾਂ ना बड़े, बस एक फॉर्मेलिटी करनी। सवेरे आप 12 बजे आना, बस घड़ी की घड़ी आइए, बस हथ रख के चलो फिर 6 दिन काम करिए। तो आपे सोच लो कुबड़ी औरत वाला बंदा, जिदा कुबड़ी औरत पूरी जिंदगी बेचारी परेशान रही 18 साल, तो भी कोई ਉਹਦੀ ਜ਼ਿੰਦਗੀ 'ਚ ਉੱਤਰ ਇਹਨੂੰ ਉੱਤਰ ਕਿਦੋਂ ਮਿਲਿਆ? ਜਦੋਂ ਪਰਮੇਸ਼ਵਰ ਨੇ ਚਰਚ ਵਿੱਚ ਆਣ ਕੇ ਪ੍ਰਚਾਰ ਕੀਤਾ। ਉੱਥੋਂ ਦਾ ਜਿਹੜਾ ਪਾਸਟਰ ਸੀ, ਪ੍ਰਭੂ ਨੇ ਬੋਲਿਆ ਕਿ ਉਹ ਜਿਹੜੀ ਭੈਣ ਮਗਰ ਬੈਠੀ ਉਹਨੂੰ ਮੇਰੇ ਕੋਲ ਲੈ ਕੇ ਆਓ ਹੈ। ਹੁਣ ਪ੍ਰਭੂ ਨੂੰ ਕਿੱਦਾਂ ਪਤਾ ਲੱਗਾ? ਕਿਉਂਕਿ ਪਰਮੇਸ਼ਵਰ ਦੇ ਕੋਲ ਆਤਮਾ ਸੀ, ਪ੍ਰਭੂ ਦੇ ਕੋਲ ਸਾਮਰਥ ਸੀ। ਉਹ ਸਾਮਰਥ ਨੇ ਦੱਸਿਆ ਕਿ ਇਹਨੂੰ ਅੱਗੇ ਲਿਆ। ਇਹਨੂੰ ਦੁਸ਼ਟ ਆਤਮਾ ਨੇ ਘੇਰਿਆ, ਇਹਨੂੰ ਬਿਮਾਰੀ ਨਹੀਂ ਆ, ਇਹਨੂੰ ਇੱਕ ਸ਼ੈਤਾਨੀ ਰੂਹ ਨੇ ਕੁੱਬਾ ਕੀਤਾ। ਕਿੰਨੇ ਲੋਕਾਂ ਨੂੰ ਸਮਝ ਆ ਰਹੀ? ਅੱਜ ਤੁਹਾਨੂੰ ਆਤਮਿਕ ਬਣਨਾ ਪੈਣਾ। ਤੁਹਾਡੀਆਂ ਆਤਮਿਕ ਅੱਖਾਂ ਖੁੱਲੀਆਂ ਹੋਣਗੀਆਂ, ਫਿਰ ਤੁਹਾਨੂੰ ਪਤਾ ਲੱਗੂ ਤੁਹਾਡੇ ਘਰ 'ਚ ਕਿੱਦਾਂ ਸ਼ੈਤਾਨ ਸਫਾਈ ਨਾਲ ਕੰਮ ਕਰ ਰਿਹਾ। ਸਮਝ ਆਈ? 12 ਤੋਂ 2 ਸੌਂਗੇ, ਤੁਹਾਨੂੰ ਕੋਈ ਪਤਾ ਲੱਗਿਆ। ਗੈਰ ਭਾਸ਼ਾ ਬੋਲੋਗੇ, ਪ੍ਰਭੂ ਦਾ ਆਤਮਾ ਤੁਹਾਡੇ ਨਾਲ ਭੇਤ ਦੀਆਂ ਗੱਲਾਂ ਕਰੇਗਾ। ਕਿਉਂਕਿ ਬਾਈਬਲ 'ਚ ਲਿਖਿਆ, ਪਲੂਸ ਕੀ ਕਹਿੰਦਾ? ਕਹਿੰਦਾ ਜਦੋਂ ਮਨੁੱਖ ਅੰਨੇ ਭਾਸ਼ਾ ਬੋਲਦਾ ਤੇ ਉਹ ਕਿਹਦੇ ਨਾਲ ਬੋਲਦਾ? ਉਹ ਮਨੁੱਖਾਂ ਦੇ ਨਾਲ ਨਹੀਂ, ਪਰਮੇਸ਼ਵਰ ਦੇ ਨਾਲ ਭੇਤ ਦੀਆਂ ਗੱਲਾਂ ਕੀ ਹੈ। बस फिर इन्हां गल्लां नूं याद रखना। हुण इह कुबड़ी औरत दे बारे अज आपां वेख रहे हां। ये 18 साल तो चर्च, अज किन्ने किन्ने चिर दे लोग चर्च जांदे आ, घर च कोई आशीष नहीं आ, चर्च जांदे आ, कोई जिंदगी च बदलाव नहीं आ। चर्च किन्ने दादे पड़दादियां तो जाणदे आ, पर यह नहीं पता कि मसा होना कितना जरूरी है। हालेलुया। मसा होना सब तो ज़्यादा जरूरी मेरे जीजो। जे तुहाडे कोल मसा नहीं, हुण वेखो तुसीं बाइबल नूं ध्यान दे के जदों पढ़दे, यूहन्ना दी इंजील ओहदा 4 लिखिआ, जदों प्रभु यकूब दे खूह ते बैठा, उत्ते आण के जदों औरत दे नाल परमेश्वर ने गल्लां कीतियां, उन्हां दा मन की कर लिया? किद्दां पढ़ लिया मन ने? क्योंकि उहदे कोल की सी? सामर्थ सी। ये तुहाडे कोल भी होनी की है? ते जे कल्ली ओह सेवकाई करन दे जे ते नहीं, जे कल्ला वचन होएगा तां भी फस जाओगे, जे कल्ली सामर्थ होएगी तां भी फस। ਤੁਹਾਡੇ ਕੋਲ वचन भी होना चाहिए ते सामर्थ भी होनी की है। हुण मारो ताली। हाँ, मैं कई बार कहना ना, मैं प्रभु यीशु ने जो सवाल किया आन के 7 भरा ही, उन्हें की आख्या? आंदे परमेश्वर तू दस, एक भरा मैरिज करावे, उसकी डेथ हो जाए, तो उस तो बाद जो दूजा भरा उसकी घरवाली नूं रख सकता? वेखो सवाल। फिर क्या वो भी मर जाए, भी मर जाए, भी मर जाए, घर की भी मर जाए। हुण सानू दस कि आमत दे दिन किहदी घर वाली होएगी? क्यों भी किन्ने लोगों ने समझ आई? क्या आमत दे दिन प्रभु यीशु ने किहदी घर वाली होएगी? पहले नंबर ते प्रभु ने की आख्या? आंदा पुੱਤ ना तो तुसीं वचन नूं जानदे जे ते ना प्रभु दी सामर्थ नूं, ते तुसीं भुल्लां विच की जे। किड्डा तगड़ा सवाल आ। हुण इन्हां नूं ये सोच होनी चाहिए आ कि आमत दे दिन विच ते की, हुण मैं तुहानूं बोलां, हुण वेखो संसार दे विच जिहड़ी आ शरीर आ, समझ आई? शरीर जिहड़ा मिट्टी 'च चल जाना, उत्ते ते रूहां वा, ते रूहां दा कदी विआह हुंदा? तां ही ते प्रभु ने आख्या, ओए भोलिओ, तुसीं बाइबल नूं नहीं जानदे ते ना प्रभु दी कुदरत नूं, सामर्थ नूं की करके, ते तुसीं भुल्लां विच की जे। तुसीं विआह उत्ते भी उत्ते विआह वाला काम करन लगे जे, उत्ते ते रूहां वा। उत्ते कोई किसी दी घर दी नहीं, कोई किसी दा घर वाला नहीं, उत्ते आपां सारे दूतां, आंदा आपां दूतां वर्गे आ। ऐसे करके ते क्या कि मसा होना ते वचन होना बहुत ज़्यादा की है। हुण करो ताली। इत्थे फसे लोग। चलो मेरे दिमाग से डिप्रैशन है ही आ भी मैनू तो बड़ा वड्डा झटका लगा, तो जेडे उदा उन्होंने कहदा झटका लग गया। मेरे भैन भरा वेखो, प्रभु यीशु सामर्थी सी, उस सामर्थी दी गल्लां दसदा। हुण वेखो फिर एक चीज़ नूं आपां होर देखदे हां। जदों प्रभु यीशु दे कोल 2 बंदे आए, उन्हां की आख्या? आंदे परमेश्वर
ਤੂੰ ਕਿਸੇ ਦਾ ਪੱਖਪਾਤ ਨਹੀਂ ਕਰਦਾ, ਤੂੰ ਸੱਚਾ ਕੰਮ ਕਰਦਾ, ਜੋ ਵੀ ਨਿਉ ਕਰਦਾ ਸੱਚਾ ਕਰਦਾ। ਇੱਧਰ ਦੇਖੋ, ਹੁਣ ਸਾਨੂੰ ਇਹ ਦੱਸ ਕਿ ਆ ਜਿਹੜਾ ਸਿੱਕਾ ਵਾ ਰਾਜੇ ਨੂੰ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ? ਤੇ ਪ੍ਰਭੂ ਨੇ ਦੱਸਿਆ ਉਹਨਾਂ ਦੀ ਖੱਚਰ ਵਿਦਿਆ ਨੂੰ ਕੀ ਕਰ ਲਿਆ, ਕਿੱਦਾਂ? ਫੇਰ ਕਿਹਦੇ ਨਾਲ? ਜਿਹੜੀ ਸਾਡੇ ਕੋ ਹੈ ਹੀ ਪਾਉਣ ਦੀ ਲੋੜ ਆ। ਸਾਮਰਥੀ ਬਣੋ, ਸਾਮਰਥੀ ਬਣੋਗੇ ਤੁਹਾਨੂੰ ਪਤਾ ਲੱਗੂ ਇਹ ਬੰਦਾ ਮੇਰੀ ਜ਼ਿੰਦਗੀ 'ਚ ਸਹੀ ਕਿ ਗਲਤ ਆ। ਆਤਮਾ ਤੁਹਾਨੂੰ ਕਹਿ ਕੇ ਇਹਦੇ ਤੋਂ ਸਾਈਡ ਹੋ ਜਾ, ਛੱਡ ਇਹਨੂੰ, ਭੱਜ ਜਾ। ਸਾਮਰਥੀ ਨਹੀਂ ਨਾ ਹੈਗੀ। ਹੁਣ ਉਹ ਜਦੋਂ ਆਣ ਕੇ ਪ੍ਰਭੂ ਨੇ ਕਿਹਾ ਹੇ ਕਪਟਿਓ ਲਿਓ, ਪ੍ਰਭੂ ਨੇ ਕਿਹਾ ਕਪਟਿਓ ਮੈਨੂੰ ਸਿੱਕਾ ਦਿਖਾਓ, ਇਹਦੇ ਉੱਪਰ ਮੋਹਰ ਕਿਹਦੀ ਆ? ਜੀਏ ਦੀ। ਉੱਥੇ ਪ੍ਰਭੂ ਨੇ ਕੀ ਕਿਹਾ? ਜਿਹੜਾ ਕੇਸਰ ਦਾ ਕੇਸਰ ਨੂੰ ਦੋ, ਜਿਹੜਾ ਪ੍ਰਭੂ ਦਾ ਪ੍ਰਭੂ ਨੂੰ ਕੀ ਕਰੋ। ਫਿਰ ਕਿਹੜੀ ਚੀਜ਼ ਨੇ ਉਹਨੂੰ ਬਚਾਇਆ? ਬੋਲੋ। ਸ਼ੈਤਾਨ ਆਵੇਗਾ ਤੁਹਾਨੂੰ ਢਾ ਕੇ ਚਲ ਜਾਏਗਾ, ਤੁਹਾਨੂੰ ਕੋਈ ਵੀ ਸਮਝ। ਲੋਕ ਤੁਹਾਨੂੰ ਆਣ ਕੇ ਪੁੱਛਣਗੇ ਪਾਸਟਰ ਜੀ ਮੈਨੂੰ ਇਹ ਦੱਸੋ ਆਹ ਗੱਲ ਆ, ਇਹ ਕਿੱਦਾਂ ਹੋਣੀ ਚਾਹੀਦੀ ਆ? ਜੇ ਜਵਾਬ ਦੋਗੇ ਤਾਂ ਵੀ ਫਸੋਗੇ, ਜੇ ਨਹੀਂ ਦੋਗੇ ਤੇ ਤਾਂ ਵੀ ਕੀ ਕਰੋਗੇ? ਤੁਸੀਂ ਥੋੜਾ ਸੈਮ ਵੇਟ ਕਰੋ, ਖੁਦਾ ਤੁਹਾਨੂੰ ਕੀ ਕਰੇਗਾ। ਬਸ ਫਿਰ ਮਸਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਬੋਲੋ। ਬੁੱਧੀ ਮੰਗੋ, ਖੁਦਾ ਕੋ ਮਸਾ ਮੰਗੋ। ਵੇਖੋ ਅੱਜ ਇਸ ਜਗ੍ਹਾ ਤੇ ਆਪਾਂ ਕੀ ਸਿੱਖ ਰਹੇ ਆ ਕਿ ਚਰਚ ਤੇ ਭੈਣ ਜ਼ਰੂਰ ਜਾਂਦੀ ਸੀ, ਪਰ ਜਿਹੜੇ ਦਾਸ ਕੋ ਜਾਂਦੀ ਉਹਦੇ ਕੋਲ ਮਸਾ ਹੈ ਹੀ। ਮਸਾ ਹੋਣਾ ਬੜਾ ਜ਼ਰੂਰੀ ਹੈ। ਬਾਈਬਲ 'ਚ ਲਿਖਿਆ ਆਤਮਾ ਆਏਗਾ ਤੇ ਤੁਹਾਨੂੰ ਸਾਰੀਆਂ ਗੱਲਾਂ ਕੀ ਕਰ ਦੇਗਾ, ਤੇ ਆਤਮਾ ਹੀ ਨਹੀਂ ਹੈਗਾ। ਆਤਮਾ ਤੁਹਾਨੂੰ ਗੈਰ ਸਾਈਡ ਤੋਂ ਰੋਕੇਗਾ, ਨਹੀਂ 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 ਇੱਧਰ ਨਹੀਂ ਜਾਣਾ, ਇੱਧਰ ਨੂੰ ਜਾਣਾ, ਆਪਾਂ ਇਹਨੂੰ ਨਹੀਂ ਜਾਣਾ, ਇਹਨੂੰ ਜਾਣਾ, ਪਰ ਹੈ ਹੀ ਨਹੀਂ। ਅੱਜ ਦਾ ਜਿਹੜਾ ਟੌਪਿਕ ਆ ਕਿ ਉਹ 18 ਸਾਲ ਤੋਂ ਕਿਉਂ ਬਿਮਾਰ ਸੀ। 18 ਸਾਲ ਤੱਕ ਵੀ ਉਹ ਚਰਚ ਗਈ ਪਰ ਉਹਨੂੰ ਕੋਈ ਵੀ ਆਸ਼ੀਸ਼ ਨਹੀਂ ਮਿਲੀ। 18 ਸਾਲ ਤੋਂ ਹੀਲਿੰਗ ਨਹੀਂ ਮਿਲੀ। ਚਰਚ ਜ਼ਰੂਰ ਜਾਂਦੀ ਰਹੀ ਪਰ ਉਹਨੇ ਇਹ ਨਹੀਂ ਵੇਖਿਆ ਕਿ ਮੇਰੇ ਅੰਦਰ ਦੁਸ਼ਟ ਆਤਮਾ ਦੀ ਪਲੈਨ ਆ ਕਿ ਜਾਂ ਮੈਨੂੰ ਬਿਮਾਰੀ ਆ। ਇਹ ਕਿੰਨੇ ਪਰਖਿਆ? ਮਸਾ ਨੇ। ਪ੍ਰਭੂ ਯਿਸੂ ਕੋ ਜਦੋਂ 4 ਮਨੁੱਖ ਇੱਕ ਮਨੁੱਖ ਨੂੰ ਚੁੱਕ ਕੇ ਲਿਆਏ, ਉਹ ਜਗ੍ਹਾ ਤੇ ਆਣ ਕੇ ਜਦੋਂ ਪਰਮੇਸ਼ਵਰ ਨੇ ਉਹਨਾਂ ਬੋਲਿਆ, ਦੇਖਿਆ ਕਿ ਇਹਨਾਂ ਦੀ ਬੜੀ ਵੱਡੀ ਨੇਚਾ, ਇੰਨੀ ਭੀੜ ਸੀ, ਉਹਨਾਂ ਛੱਤ ਪਾੜੀ, ਛੱਤ ਪਾੜ ਕੇ ਉਹਨੂੰ ਨੀਚੇ ਲਮਕਾਇਆ। ਜਦੋਂ ਨੀਚੇ ਲਮਕਾਤਾ ਉਸ ਤੋਂ ਬਾਅਦ ਪ੍ਰਭੂ ਨੇ ਕੀ ਵੇਖਿਆ ਕਿ ਇਹਨਾਂ ਦੀ ਬਹੁਤ ਸਾਰੀ ਕੀ ਹੈ? ਨੀਚਾ ਹੈ। ਪ੍ਰਭੂ ਨੇ ਕਿਹਾ ਜਾ ਪੁੱਤਰ ਤੇਰੇ ਪਾਪ ਕੀ ਹੋਏ? ਆਪਣੀ ਮੰਜੀ ਚੁੱਕ ਤੇ ਆਪਣੇ ਘਰ ਨੂੰ ਚਲਿਆ। ਕੀ ਕਾਰਨ? ਹੁਣ ਉਹ ਜਗ੍ਹਾ ਤੇ ਫਰੀਸੀ ਤੇ ਸਦੂਕੀ ਲੋਕ ਬੈਠੇ ਸੀ, ਪ੍ਰਭੂ ਨੂੰ ਫੜਨ ਵਾਲੇ। ਉਹਨਾਂ ਕਿਹਾ ਹੈ ਇਹ ਕੁਫਰ ਬਕਦਾ। ਹੁਣ ਮੰਨ ਲਓ ਭੈਣ ਪਿੱਛੇ ਬੈਠੀ ਹੋ ਚਿੱਟੀ, ਜਿਹਨੇ ਟੁੱਟੀ ਵਾਈਟ ਚੁੰਨੀ ਲਈ, ਉਹ ਪਿੱਛੇ ਕੀ ਭੈਣ ਦਾ ਨਾਮ ਆ? ਕੀ ਨਾਮ ਸਿਸਟਰ ਦਾ? ਮੈਨੂੰ ਚੇਤਾ ਭੁੱਲ ਗਈ। ਰਾਜ। ਹੁਣ ਰਾਜ ਮੰਨ ਚ ਗਏ ਇਹ ਕੁਫਰ ਪਕਣ ਡਿਆ, ਮੈਂ ਫੜ ਕੇ ਇਹ ਆਪਣੇ ਕੋ ਮਰੀ ਜਾਣ ਡਿਆ, ਐਦਾਂ ਦੇ ਕੁਛ ਨਹੀਂ ਹੁੰਦਾ। ਤੇ ਮੈਂ ਹੌਲੀ ਜਿਹੀ ਕਹਾਂ ਰਾਜ ਸੌਖਾ ਕਿਹੜਾ ਵਾ? ਇਹ ਕਹਾਂ ਕਿ ਜਾਂਦੇ ਪਾਪ ਮਾਫ ਹੋਏ, ਜਾਂ ਇਹ ਕਹਾਂ ਕਿ ਆਪਣੀ ਮੰਜੀ ਚੁੱਕ ਤੇ ਆਪਣੇ ਘਰ ਨੂੰ ਕੀ ਆ? ਕਿਉਂਕਿ ਰਾਜ ਤੇ ਜਿਹੜੀ ਗੱਲ ਅੰਦਰ ਚੱਲਣ ਦੀ ਪ੍ਰਭੂ ਨੇ ਪੜ੍ਹ ਕੀ ਆ? ਕਾਹਦੇ ਨਾ? ਫਿਰ ਹੋਣੀ ਕੀ ਆ? ਚਾਹੀਦੀ ਕਿ ਨਹੀਂ? ਸਾਮਰਥ ਹੋਣੀ ਚਾਹੀਦੀ ਆ। ਸਾਮਰਥ ਮੰਗੋ। ਅੰਨੇ ਭਾਸ਼ਾ ਮੈਂ ਨਹੀਂ ਕਹਿੰਦਾ, ਜਿੰਨਾ ਦੀ ਪ੍ਰਭੂ ਦੇ ਨਾਲ ਸਮਾਂ ਸਪੈਂਡ ਕਰੋਗੇ ਖੁਦਾ ਤੁਹਾਨੂੰ ਸਿਖਾਏਗਾ। 32 ਭਜਨ ਸਾਹਿਤਾ ਕਿੰਨੇ ਲੋਕ ਪੜ੍ਹਦੇ ਆ? ਸਿਖਾਵਾਂਗਾ ਤੈਨੂੰ, ਵਿਖਾਵਾਂਗਾ ਰਾਹ, ਮੇਰੀ ਅੱਖੀਆਂ ਤੈਨੂੰ। ਆਂਦਾ ਨਾ ਹੋ ਘੋੜਿਆ ਖੱਚਰਾਂ। ਘੋੜੇ ਖੱਚਰ ਦਾ ਮਤਲਬ ਕੀ? ਬਾਈਬਲ ਤੋਂ ਬਿਨਾ ਚੱਲ ਰਹੇ, ਪ੍ਰੇਰ ਤੋਂ ਬਿਨਾ ਚੱਲ ਰਹੇ, ਮਸਾ ਤੋਂ ਬਿਨਾ ਚੱਲ ਰਹੇ ਘੋੜੇ ਖੱਚਰ। ਕਹਿਣ ਦਾ ਭਾਵ ਕੀ ਸੀ ਕਿ ਉਹਨਾਂ ਬੰਦਿਆਂ ਦਾ ਖੁਦਾ ਨੇ ਮਨ ਪੜ ਲਿਆ। ਉਹ ਪ੍ਰਭੂ ਨੂੰ ਬੁਰਾ ਬੋਲਣ ਦੇ, ਲੈ ਇਹ ਕਿੱਦਾਂ ਪਾਪ ਮਾਫ ਕਰ ਸਕਦਾ, ਇਹ ਤੇ ਮਨੁੱਖ ਆ। ਪ੍ਰਭੂ ਨੇ ਕਿਹਾ ਸੌਖਾ ਕੀ ਆ? ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਕਿਸੇ ਵੀ ਤੁਹਾਨੂੰ ਕੋਈ ਗਲਤ ਵੀ ਬੋਲਦਾ ਤੇ ਜੇ ਤੁਹਾਡੇ ਅੰਦਰ ਮਸਾ ਵਾ ਤਾਂ ਤੁਹਾਨੂੰ ਉਸ ਵੇਲੇ ਬੋਲੇਗਾ ਕਿ ਇਹ ਬੰਦਾ ਫਲਾਣਾ ਤੇਰੇ ਬਾਰੇ ਆ ਕਰ ਰਿਹਾ। ਤੇ ਮਸਾ ਹੋਣਾ ਬਹੁਤ ਜ਼ਿਆਦਾ ਕੀ ਹੈ। ਤਾਂ ਹੀ ਕਹਿੰਦਾ ਉਸ ਚਰਚ ਵਿੱਚ ਜਾਓ ਜਿੱਥੇ ਪ੍ਰਭੂ ਦਾ ਮਸਾ ਵਾ, ਜਿੱਥੇ ਗੈਰ ਭਾਸ਼ਾ ਵਾ, ਜਿੱਥੇ ਵਰਸ਼ਿਪ ਆ, ਜਿੱਥੇ ਤੁਹਾਨੂੰ ਘੈਂਟ ਤਾਲੀਮ ਦਿੱਤੀ ਜਾਂਦੀ ਹੈ। ਟਾਈਮ ਲੱਗਦਾ ਨਾ, ਪਰ ਆ ਜਿਹੜੀਆਂ ਕੁੰਡੀਆਂ ਸਿੱਖ ਕੇ ਜਾ ਰਹੇ ਜੇ ਨਾ, ਤੁਸੀਂ ਧੱਜੀਆਂ ਡਾ ਦੇਣੀਆਂ ਸ਼ੈਤਾਨ ਦੀਆਂ। ਤਾਂ ਹੀ ਤੇ ਰੋਂਦਾ ਹੁੰਦਾ ਕੀ ਸਿਖਾਉਣਾ ਇਹਨਾਂ ਨੂੰ, ਰੋਜ਼ ਤੂੰ ਪੁੱਠੀ ਤੋਂ ਪੁੱਠੀ ਗੱਲ ਸਿਖਾਉਣਾ। ਮਸਾ ਹੋਣਾ ਬੜਾ ਜ਼ਰੂਰੀ। ਜੇ ਤੁਹਾਡੇ ਕੋਲ ਮਸਾ ਨਹੀਂ ਤਾਂ ਤੁਸੀਂ ਸਮਝ ਲਓ ਵੀ ਅੱਧੀ ਸਾਈਡ ਤੁਹਾਡੀ ਕੱਟੀ ਆ, ਇੱਕ ਸਾਈਡ ਖਤਮ, ਇੱਕੋ ਹੀ ਬਣਾ ਚੱਲ ਰਿਹਾ, ਬਸ ਆਹ ਸਾਈਡ ਨਹੀਂ ਹੈਗੀ। ਜਦੋਂ ਤੁਹਾਡੇ ਕੋਲ ਮਸਾ ਹੈਗਾ ਸਮਝ ਲਓ ਤੁਸੀਂ ਪਾਵਰਫੁਲ ਜੇ। ਤੁਹਾਡੇ ਕੋਲ ਇੰਨੀ ਪਾਵਰ, ਸ਼ੈਤਾਨ ਡਰੇਗਾ ਤੁਹਾਡੇ ਕੋਲੋਂ ਵੀ ਨਹੀਂ ਇਹਦੇ ਨਾਲ ਪੰਗਾ ਨਹੀਂ ਲੈਣਾ, ਇਹਨੇ ਮੈਨੂੰ ਐਸੀ ਦੀ ਤੈਸੀ ਕਰਾ ਦੇਣੀ ਆ। ਤੇ ਕੀ ਕਹਿੰਦੇ ਉਹ ਕੋਈ ਗੱਲ ਨਹੀਂ ਗੈਰ ਭਾਸ਼ਾ ਦੀ। ਉਹ ਗੈਰ ਭਾਸ਼ਾ ਗਿਫਟ ਆ ਖੁਦਾ ਦਾ। ਇਹ ਤੁਹਾਨੂੰ ਗਿਫਟ ਪ੍ਰਭੂ ਨੇ ਕਿਉਂ ਦਿੱਤਾ ਕਿ ਤੁਸੀਂ ਧਿਆਨ ਦੇ ਕੇ ਸਮਝ ਸਕੋ ਸਹੀ ਔਰ ਗਲਤ ਨੂੰ। ਪਵਿੱਤਰ ਆਤਮਾ ਆਵੇਗਾ ਤੇ ਤੁਹਾਨੂੰ ਸਾਰੀਆਂ ਗੱਲਾਂ ਕੀ ਕਰੇਗਾ? ਸਿਖਾਵੇਗਾ। ਪ੍ਰਭੂ ਦੇ ਅੰਦਰ ਆਤਮਾ ਹੀ ਜਿਹੜਾ ਸਾਰੀਆਂ ਗੱਲਾਂ ਕੀ ਕਰਦਾ?
ਹੁਣ ਇਹ ਜਗ੍ਹਾ ਤੇ ਜਦੋਂ ਆਪਾਂ ਫਿਰ ਪੜ੍ਹਦੇ ਹਾਂ, ਹੁਣ ਵੇਖੋ ਮਸਾ ਦਾ ਕਮਾਲ ਇਹ ਜਗ੍ਹਾ ਤੇ। ਹਾਂਜੀ 12 ਯਿਸੂ ਨੇ ਉਹਨੂੰ ਵੇਖ ਕੇ ਕੋਲ ਸੱਦਿਆ। ਯਿਸੂ ਨੇ ਉਹਨੂੰ ਵੇਖ ਕੇ ਤੇ ਆਪਣੇ ਕੋਲ ਸੱਦਿਆ ਅਤੇ ਉਹਨੂੰ ਕਿਹਾ, ਹਾਂ। ਹੇ ਤ੍ਰਿਮਤ, ਤੂੰ ਆਪਣੀ ਮਾਂਦਗੀ ਤੋਂ ਛੁੱਟ ਗਈ ਹੈ। ਹੇ ਤ੍ਰਿਮਤ, ਤੂੰ ਆਪਣੀ ਮਾਂਦਗੀ ਤੋਂ ਛੁੱਟ ਗਈ ਹੈ। ਹੁਣ ਸੁਣੋ, ਹੁਣ ਪ੍ਰਭੂ ਨੂੰ ਕਿਦਾਂ ਪਤਾ ਲੱਗ ਗਿਆ ਇਹ ਇੱਕ ਦੁਸ਼ਟ ਆਤਮਾ ਕਿਹੜੀ ਸੀ? ਇਹ ਸਪਿਰਿਟ, ਇਹ ਡੀਮਨ, ਇਹ ਕਿਹੜੀ ਸ਼ੈਤਾਨੀ ਆਤਮਾ ਸੀ ਜਿਹੜੀ ਚੀਕਾਂ ਨਹੀਂ ਮਾਰਦੀ, ਨਾ ਲਾ 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 ਕਰਦੀ, ਨਾ ਜੀਭ ਕੱਢਦੀ। ਇਹ ਚੁੱਪ ਕਰਕੇ ਬਿਮਾਰੀ ਦੇ ਦੁਆਰਾ ਕੰਮ ਕੀ ਹੈ? ਅੱਜ ਕਿੰਨੇ ਲੋਕ ਹਸਪੀਟਲ 'ਚ ਹੁੰਦਾ ਨੁਕਸ ਹੋ ਰਿਹਾ, ਡਾਕਟਰ ਕੁਛ ਕਰੀ ਜਾਂਦੇ, ਕਦੀ ਕੁਝ ਕਰੀ ਜਾਂਦੇ ਆ। ਤੇ ਜਦੋਂ ਖੁਦਾ ਦੇ ਦਾਸ ਵੇਖੋ ਨਾਲ ਜਦੋਂ ਆਨਲਾਈਨ ਮੀਟਿੰਗ ਕਰਦੇ, ਨਾਲ ਜੋੜਦੇ, ਫਿਰ ਉਹਨਾਂ ਲਈ ਪ੍ਰੇਅਰ ਕਰਦੇ ਆ, ਤਾਂ ਖੁਦਾ ਮਿੰਟੋ ਮਿੰਟ ਉੱਥੋਂ ਉਹਨਾਂ ਨੂੰ ਟ੍ਰਾਂਸਫਰ ਕੀ ਹੈ? ਕਿਉਂਕਿ ਜੇ ਇਕੱਲੀ ਮੈਡੀਸਨ ਨਹੀਂ ਦੇਈ ਜਾਵਾਂਗੇ, ਬਾਈਬਲ ਨਹੀਂ ਪੜਾਂਗੇ, ਉਹਦੇ ਤੇ ਪ੍ਰੇਅਰ ਨਹੀਂ ਕਰਾਂਗੇ, ਤਾਂ ਬੰਦਾ ਕਦੀ ਵੀ ਚੰਗਾ ਨਹੀਂ ਹੋਏਗਾ। ਕਿਉਂਕਿ ਜੇ ਤੁਸੀਂ ਪ੍ਰੇਅਰ ਸ਼ੁਰੂ ਕਰੋਗੇ ਤੇ ਡਾਕਟਰ ਦੀ ਮੈਡੀਸਨ ਵੀ ਅਸਰ ਕਰਨੀ ਕੀ ਕਰ ਦੇਗੀ ਸ਼ੁਰੂ, ਔਰ ਬੰਦਾ ਫ੍ਰੀ ਹੋ ਜਾਏਗਾ ਜੇ ਉਹਦੀ ਵਧੀ ਹੋਏਗੀ। ਤੇ ਜੇ ਪਿੱਛੋਂ ਘਟ ਗਈ, ਫਿਰ ਦਵਾਈਆਂ ਵੀ ਗਈਆਂ, ਤੇ ਫਿਰ ਦਵਾ ਵੀ ਕੀ ਆ, ਫਿਰ ਦੋਨੋਂ ਚੀਜ਼ਾਂ ਜਾਣਗੀਆਂ। ਹੁਣ ਇਹ ਜਗ੍ਹਾ ਤੇ ਬੋਲਿਆ ਕਿ ਯਿਸੂ ਨੇ ਉਸ ਨੂੰ ਕੋਲ, ਯਿਸੂ ਨੇ ਉਹਨੂੰ ਵੇਖ ਕੇ ਕੋਲ ਸੱਦਿਆ ਅਤੇ ਉਹਨੂੰ ਕਹਾ, ਹੇ ਤ੍ਰਿਮਤ, ਤੂੰ ਆਪਣੀ ਮਾਂਦਗੀ ਤੋਂ ਛੁੱਟ ਗਿਆ। ਹੁਣ ਪ੍ਰਭੂ ਯਿਸੂ ਨੂੰ ਪਤਾ ਲੱਗ ਗਿਆ ਕਿ ਇਹਨੂੰ ਬਿਮਾਰੀ ਨਹੀਂ ਆ, ਇਹਨੂੰ ਇੱਕ ਦੁਸ਼ਟ ਆਤਮਾ ਚੰਬੜੀ ਆ। ਹੁਣ ਵੇਖਿਓ, ਹਾਂਜੀ ਹਾਂਜੀ ਅੱਗੇ ਅੱਗੇ। ਅਤੇ ਉਸ ਉੱਤੇ ਹੱਥ ਰੱਖੇ। ਹੁਣ ਪ੍ਰਭੂ ਨੇ ਉਹਦੇ ਤੇ ਲੇ ਹੈਂਡ ਕੀਤੀ, ਪਰਮੇਸ਼ਵਰ, ਅਤੇ ਉਸਨੇ ਉਸ ਉੱਤੇ ਹੱਥ ਰੱਖਿਆ। ਹਾਂ ਹਾਂ, ਤਾਂ ਉਵੇਂ ਹੀ ਉਹ ਸਿੱਧੀ ਹੋ ਗਈ। ਐਵੇਂ ਉਹ ਸਿੱਧੀ ਕੀਆ ਹੋ ਗਈ। ਹਾਂ, ਅਤੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੀ। ਸਭ ਤਾਰੀਫ ਕਰੋ ਜ਼ੋਰ ਦੇ ਨਾਲ। ਵੇਖੋ, ਵੈਰੀ ਨਾਈਸ। ਵੇਖੋ, ਪਰਮੇਸ਼ਰ ਨੂੰ ਪਤਾ ਹੀ ਪ੍ਰਭੂ ਨੂੰ ਵਰਡ ਦੇ ਕੇ ਵੀ ਚੰਗਾ ਕਰ ਸਕਦੇ, ਜਾ ਪੁੱਤ ਸਿੱਧੀ ਹੋ ਜਾ ਯਿਸੂ ਮੇਰੇ ਨਾਂ 'ਚ। ਪਰ ਪ੍ਰਭੂ ਨੇ ਲਿਖਿਆ ਉਹਨੂੰ ਕੋਲ ਸੱਦਿਆ, ਉਹਦੇ ਤੇ ਹੱਥ ਰੱਖਿਆ, ਤੇ ਨਾਲ ਹੀ ਉਹ ਕੀ ਹੋ ਗਈ? ਕਹਿਣ ਦਾ ਮਤਲਬ ਪ੍ਰਭੂ ਨੇ ਇੱਕ ਤਰੀਕੇ ਨਾਲ ਨਹੀਂ ਕੰਮ ਕੀਤਾ। ਪ੍ਰਭੂ ਨੇ ਪਾਣੀ ਦੇ ਨਾਲ, ਮਿੱਟੀ ਦੇ ਨਾਲ, ਵਚਨ ਸੁਣਾ ਕੇ, ਸ਼ਬਦ ਦੇ ਨਾਲ ਬੋਲ ਕੇ, ਪ੍ਰਭੂ ਹਰ ਤਰੀਕੇ ਨਾਲ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦਾ ਰਿਹਾ। ਕਿੰਨੇ ਲੋਕਾਂ ਨੂੰ ਪਤਾ? ਮਿੱਟੀ ਲਾ ਕੇ, ਹੁਣ ਜਦੋਂ ਜਮਾਂਦਰੂ ਪ੍ਰਭੂ ਦੇ ਕੋਲ ਗਿਆ, ਪ੍ਰਭੂ ਨੇ ਕਿਹਾ ਉਹਦੇ ਅੱਖਾਂ ਤੇ ਮਿੱਟੀ ਲਾਈ, ਤੇ ਪ੍ਰਭੂ ਨੇ ਕਿਹਾ ਜਾ ਸ਼ਲੋਮ ਕੁੰਡ ਵਿੱਚ ਜਾ ਕੇ ਆਪਣੀ ਅੱਖਾਂ ਨੂੰ ਕੀ ਕਰ। ਕਿੰਨੇ ਲੋਕਾਂ ਨੂੰ ਸਮਝ ਆ ਰਹੀ ਹੈ? ਪ੍ਰਭੂ ਉੱਤੇ ਵੀ ਕਹਿ ਸਕਦੇ ਚੱਲ ਮਿੱਟੀ ਲਾਈ ਹੈ, ਚੱਲ ਚੰਗਾ ਹੋ ਜਾ, ਪਰ ਪ੍ਰਭੂ ਕਹਿੰਦਾ ਸ਼ਲੋਮ, ਜਾ ਉੱਥੇ ਜਾ ਕੇ, ਉੱਥੇ ਜਾ। ਪ੍ਰਭੂ ਨੇ ਸ਼ਬਦ ਦੇ ਕੇ ਲੋਕਾਂ ਨੂੰ ਚੰਗਾ ਕੀਤਾ। ਪ੍ਰਭੂ ਨੇ ਪਾਣੀ ਦੇ ਨਾਲ ਲੋਕਾਂ ਨੂੰ ਚੰਗਾ ਕੀਤਾ, ਅਲੱਗ-ਅਲੱਗ ਲੇ ਹੈਂਡ, ਹੱਥ ਰੱਖ ਕੇ ਚੰਗਾ ਕੀਤਾ, ਤੇਲ ਲਾ ਕੇ ਚੰਗਾ ਕੀਤਾ। ਕਿਉਂਕਿ ਪ੍ਰਭੂ ਇੱਕ ਰੀਤੀ ਦੇ ਨਾਲ ਚੰਗਾ ਨਹੀਂ ਸੀ ਕਰਦਾ, ਪ੍ਰਭੂ ਨੇ ਅਲੱਗ-ਅਲੱਗ ਤਰੀਕੇ ਨਾਲ, ਕਿਉਂਕਿ ਪ੍ਰਭੂ ਆਪਣੀ ਅਨਾਇੰਟਿੰਗ ਨੂੰ ਦਿਖਾਉਂਦਾ ਸੀ ਕਿ ਲੋਕ ਉਹਦੇ ਤੇ ਵਿਸ਼ਵਾਸ ਕੀਏ। ਹੁਣ ਕੁੱਪੜੀ ਔਰਤ 18 ਸਾਲ ਤੋਂ ਕੁੱਬੀ ਸੀ, ਬੁਰਾ ਹਾਲ ਸੀ, ਚਰਚ ਵੀ ਅਟੈਂਡ ਕਰਦੀ, ਹੀਲਿੰਗ ਨਹੀਂ ਸੀ। ਪਰ ਜਦੋਂ ਪਹਿਲੇ ਦਿਨ ਪ੍ਰਭੂ ਨੇ ਵੇਖਿਆ, ਉਹ ਬੀਬੀ ਨੂੰ ਮੇਰੇ ਕੋਲ ਲੈ ਕੇ ਆਓ, ਉਸ ਵੇਲੇ ਕਿ ਸੱਦਿਆ, ਪ੍ਰਭੂ ਨੇ ਹੱਥ ਰੱਖਿਆ। ਪ੍ਰਭੂ ਨੇ ਚੰਗੇ ਹੋਣ ਤੋਂ ਪਹਿਲੇ ਇੱਕ ਗੱਲ ਬੋਲੀ ਕਿ ਤੂੰ ਮਾਂਦਗੀ ਤੋਂ ਛੁੱਟ ਗਈ ਆ। ਪ੍ਰਭੂ ਨੂੰ ਪਤਾ ਵੀ ਇਹਨੂੰ ਤੇ ਵੈਰੀ ਨੇ ਫੜਿਆ, ਤੇ ਪ੍ਰਭੂ ਕੋ ਮਸਾ ਹੀ, ਤੇ ਵੈਰੀ ਕਦੀ ਵੀ ਪ੍ਰਭੂ ਕੋ ਲੁਕ ਕੀ ਆ। ਜੇ ਅੱਜ ਤੁਹਾਡੇ ਕੋਲ ਮਸਾ, ਤੇ ਸ਼ੈਤਾਨ ਤੁਹਾਡੇ ਕੋਲ ਲੁਕ ਨਹੀਂ ਸਕਦਾ। ਤੁਹਾਨੂੰ ਪਤਾ ਸ਼ੈਤਾਨ ਮੇਰੇ ਘਰ ਵਾਲੇ ਦੇ ਵਿੱਚ ਦੀ ਝਗੜਾ ਕਰਾਉਂਦਾ, ਮੇਰੇ ਬੱਚਿਆਂ ਦੇ ਵਿੱਚ ਦੀ ਪ੍ਰੋਬਲਮ ਕਰਦਾ, ਮੇਰੇ ਗਵਾਂਢੀ ਦੇ ਵਿੱਚ ਦੀ ਇਹੀ ਕਰਦਾ, ਕਿਉਂਕਿ ਤੁਹਾਡੇ ਕੋਲ ਮਸਾ ਵਾ। ਤੇ ਜੇ ਮਸਾ ਨਹੀਂ ਆ ਤਾਂ ਤੁਸੀਂ ਲੜੋਗੇ, ਕਿਚ ਕਰੋਗੇ ਇੱਕ ਦੂਜੇ ਨਾਲ ਹੀ। ਅੱਜ ਆਪਾਂ ਘਰਦਿਆਂ ਨੂੰ ਬੁਰਾ ਬੋਲੀ ਜਾਂਦੇ, ਆ ਨਹੀਂ ਚੰਗਾ, ਆ ਮਾੜਾ ਹੀ, ਇਹ ਨਹੀਂ ਪਤਾ ਵੀ ਇਹਦੇ ਵਿੱਚ ਕੰਮ ਕੌਣ ਕਰਨ ਡਿਆ। ਜਿੰਨੂੰ ਬੁਰਾ ਬੋਲਣਾ ਉਹਨੂੰ ਬੁਰਾ ਨਹੀਂ ਬੋਲ ਰਹੇ, ਤੇ ਜਿਨ੍ਹਾਂ ਦੇ ਉੱਪਰ ਦਇਆ ਕਰਨੀ ਆ, ਜਿਨ੍ਹਾਂ ਨੂੰ ਬਲੈਸ ਕਰਨਾ ਵਾ, ਆਪਾਂ ਉਹਨਾਂ ਨੂੰ ਮਾੜਾ ਸ਼ਬਦ ਕੀ ਕਰੀ ਜਾ ਰਹੇ। ਇਹ ਸਭ ਤੋਂ ਵੱਡੀ ਘਾਟ ਸਾਡੇ ਅੰਦਰ। ਅੱਜ ਦੀ ਮੀਟਿੰਗ 'ਚ ਇਹ ਵੇਖੋ ਕਿ ਪ੍ਰਭੂ ਮੈਨੂੰ ਮਸਾ ਦੇ, ਤਾਂ ਮੈਨੂੰ ਪ੍ਰਭੂ ਇਹੋ ਸਾਮਰਥ ਦੇ, ਮੈਂ ਸ਼ੈਤਾਨ ਦੇ ਕੰਮਾਂ ਨੂੰ ਦੇਖ ਸਕਾਂ, ਔਰ ਪ੍ਰਭੂ ਜੋ ਸਫਾਈ ਮੇਰੇ ਘਰ 'ਚ ਕਰਦਾ, ਮੇਰੀ ਮਿਨਿਸਟਰੀ 'ਚ ਕਰਦਾ, ਮੇਰੀ ਸਿਹਤ ਵਿੱਚ ਕਰਦਾ, ਮੈਂ ਉਸ ਚੀਜ਼ ਨੂੰ ਸਮਝ ਸਕਾਂ, ਤਾਂ ਖੁਦਾ ਆਲਰੇਡੀ ਤੁਹਾਨੂੰ ਇਹ ਮਸਾ ਦੇਵੇਗਾ। ਆਮੀਨ। ਹੁਣ ਕੀ ਲਿਖਿਆ ਕਿ ਪ੍ਰਭੂ ਨੇ ਹੱਥ ਰੱਖਿਆ, ਉਹ ਸਿੱਧੀ ਹੋ ਗਈ, ਔਰ ਜਿੰਨੇ ਲੋਕ ਉਹ ਜਗ੍ਹਾ ਤੇ ਖੜੇ ਸੀ ਸਾਰੇ ਪ੍ਰਭੂ ਦੀ ਵਡਿਆਈ ਕਰਨ ਕੀ ਆ ਡੈਪੇ। ਹਾਂਜੀ ਹਾਂਜੀ। ਪਰ ਸਮਾਜ ਦੇ ਸਰਦਾਰਾਂ, ਹੁਣ ਆ ਗਏ ਜੇ ਰੋਕਣ ਵਾਲੇ। ਹੁਣ ਦੁਸ਼ਟ ਵੇਖੋ ਦੂਜੀ ਸਾਈਡ ਤਾਂ ਨਹੀਂ ਕੰਮ ਕਰ ਲੱਗਾ ਜੀ। ਅੱਜ ਕਿੰਨੇ ਲੋਕ ਆ ਵੇਖੋ ਜਿਹੜੇ ਤੁਹਾਨੂੰ ਵਧਣ ਤੋਂ ਰੋਕਣਗੇ। ਰਹਿਣ ਦੇ, ਕੀ ਚਰਚ ਲੈਣ ਕੀ ਜਾਣਾ, ਰਹਿਣ ਦੇ, ਛੱਡ ਦੇ, ਪ੍ਰਭੂ ਨੂੰ ਛੱਡ ਦੇ। ਇਹ ਜਿੰਨੇ ਵੀ ਸਮਾਜ ਦੇ ਸਰਦਾਰ ਸੀ, ਇਹਨਾਂ ਦੇ ਵਿੱਚ ਦੀ ਵੀ ਸ਼ੈਤਾਨ ਵੇਖੋ। ਹੁਣ ਸ਼ੈਤਾਨ ਦਾ ਦੂਸਰਾ ਪਲਾਨ, ਪਹਿਲੇ ਤਾਂ ਕੁੱਪੜੀ ਔਰਤ ਚੋਂ ਕੱਢਿਆ, ਹੁਣ ਉਦੋਂ ਚੋਂ ਨਿਕਲ ਕੇ ਤੇ ਇਹਨਾਂ ਵਿੱਚ ਜਾ ਵੜਿਆ। ਇਹ ਕੀ ਆਂਦੇ? ਹਾਂਜੀ। ਪਰ ਸਮਾਜ ਦੇ ਸਰਦਾਰਾਂ ਨੇ
ਇਸ ਲਈ ਜੋ ਯੀਸ਼ੂ ਨੇ ਸਬਤ ਦੇ ਦਿਨ ਨਰੋਏ ਕੀਤੀ, ਗੁੱਸੇ ਹੋ ਕੇ ਅੱਗੋਂ ਜਮਾਤ ਨੂੰ ਆਖਿਆ ਕਿ 6 ਦਿਨ ਹਨ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ, ਸੋ ਇਹਨਾਂ ਵਿੱਚ ਆਣ ਕੇ ਚੰਗੇ ਹੋਵੋ, ਨਾ ਕਿ ਸਬਤ ਦੇ ਦਿਨ। ਕੀ ਕਹਿੰਦੇ ਹੁਣ ਪਰਮੇਸ਼ਵਰ ਨੂੰ? ਵੇਖੋ ਕੀ ਸਵਾਲ ਕਰਦੇ ਵੀ ਤੂੰ ਸ਼ਬਤ ਦੇ ਦਿਨ ਕਿਉਂ ਚੰਗਾ ਕੀਤਾ ਈ? ਪਰਮੇਸ਼ਵਰ ਹੀ ਵੇਖੋ ਫਿਰ ਅਗਲੇ ਬੰਨੇ ਜਵਾਬ ਕੀ ਦਿੰਦਾ ਈ ਇਹਨਾਂ ਨੂੰ। ਹਾਂਜੀ, ਪਰ ਪ੍ਰਭੂ ਨੇ ਉਹਨੂੰ ਉੱਤਰ ਦੇ ਕੇ ਆਖਿਆ, ਹੇ ਕਪਟੀਓ, ਕਿ ਤੁਹਾਡੇ ਵਿੱਚੋਂ ਹਰ ਕੋਈ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ ਕੇ ਪਾਣੀ ਪਿਲਾਉਣ ਨਹੀਂ ਲੈ ਜਾਂਦਾ। ਹਾਲੇਲੂਇਆ। ਕਿੰਨੇ ਲੋਕਾਂ ਨੂੰ ਸਮਝ ਆਈ? ਹੁਣ ਪ੍ਰਭੂ ਯਿਸੂ ਨੂੰ ਸ਼ੈਤਾਨ ਦੇ ਬੰਦੇ ਹੀ ਰੋਕ ਰਹੇ ਆ। ਇਹ ਕੌਣ ਆ? ਇਹ ਸਮਾਜ ਦੇ ਸਰਦਾਰ ਆ, ਜਿਹੜੇ ਰੋਜ਼ ਬਾਈਬਲ ਪੜ੍ਹਦੇ, ਜਿਹੜੇ ਖੁਦ ਪ੍ਰਚਾਰਕ ਸੀ, ਪਰ ਪ੍ਰਭੂ ਨੂੰ ਰੋਜ਼ ਫੜਨ ਆਉਂਦੇ ਸੀ, ਭਲਾ ਇਹਦੇ 'ਚ ਕੋਈ ਗਲਤੀ ਫੜੀਏ, ਇਹ ਕੋਈ ਗਲਤੀ ਕਰੇ ਤੇ ਇਹਨੂੰ ਫੜੀਏ। ਮੈਂ ਤਾਂ ਹੀ ਕਿਹਾ ਕਿ ਪ੍ਰਭੂ ਕੋ ਕਿੰਨੇ ਪ੍ਰਕਾਰ ਦੇ ਲੋਕ ਆਉਂਦੇ, ਕੁਝ ਤੁਹਾਨੂੰ ਫੜਨ ਆਉਂਦੇ ਸੀ, ਕੁਝ ਵਚਨ ਸੁਣਨ ਆਉਂਦੇ ਸੀ, ਕੁਝ ਦਾਲ ਪ੍ਰਸ਼ਾਦੇ ਛਕਣ ਆਉਂਦੇ ਸੀ, ਕੁਝ ਛੇੜਖਾਨੀਆਂ ਕਰਨ ਆਉਂਦੇ ਸੀ। ਅੱਜ ਵੀ ਚਰਚਾਂ ਵਿੱਚ 4-4 ਪ੍ਰਕਾਰ ਦੇ ਲੋਕ ਨੇ। 5 ਡੈਡੀ ਜਦੋਂ ਕਹਿੰਦੇ ਨਾ ਇੱਥੇ 5 ਪ੍ਰਕਾਰ ਦੇ ਬੈਠੇ ਆ, ਮੈਂ ਕਿਹਾ ਠੀਕ ਹੈ ਭਰਾਵਾ, ਕਿਉਂਕਿ ਜਿਹੜੇ ਰੱਬ ਦੇ ਖਾਦਮ ਖੁਦਾ ਉਹਨਾਂ ਦੇ ਨਾਲ ਗੱਲ ਕਰਦਾ। ਹੁਣ ਵੇਖੋ ਇਹ ਜਗ੍ਹਾ ਤੇ ਆਪਾਂ ਕੀ ਸਿੱਖਿਆ ਪਾਈ ਆ। ਸਰਦਾਰ ਜਿਹੜੇ ਸੀ ਉਹਨਾਂ ਨੇ ਪ੍ਰਭੂ ਦਾ ਵਿਰੋਧ ਕੀਤਾ ਕਿ ਤੂੰ ਸ਼ਬਤ ਦੇ ਦਿਨ ਕਿਉਂ ਨਰੋਇਆ ਕਰਦਾ? ਤੂੰ ਸ਼ਬਤ ਦੇ ਦਿਨ ਤੇ ਲਿਖਿਆ 6 ਦਿਨ ਕੋਈ ਮਤਲਬ ਕਿ ਤੂੰ ਆਪਣਾ ਕੰਮ ਕਰ, ਤੇ 6ਵੇਂ ਦਿਨ ਤੂੰ ਇਹ ਮਤਲਬ ਵੀ 6ਵਾਂ ਦਿਨ 7ਵਾਂ ਦਿਨ ਪ੍ਰਭੂ ਲਈ ਸ਼ਬਦ ਆ, ਇਹ 'ਚ ਕੋਈ ਕੰਮ ਕਰਦਾ? ਪ੍ਰਭੂ ਨੇ ਕੀ ਕਿਹਾ? ਪਰ ਪ੍ਰਭੂ ਨੇ ਉਹਨਾਂ ਨੂੰ ਉੱਤਰ ਦਿੱਤਾ ਦੇ ਕੇ ਆਖਿਆ, ਹੇ ਕਪਟੀਓ, ਕੀ ਤੁਹਾਡੇ ਵਿੱਚ ਹਰ ਕੋਈ ਸ਼ਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ ਕੇ ਪਾਣੀ ਨਹੀਂ ਪਿਆਉਂਦਾ? ਮੰਨ ਲਓ ਕਿ ਅੱਜ ਸੰਡੇ ਆ, ਸੰਡੇ ਵਿੱਚ ਆਪਾਂ ਆਪਣੇ ਡੰਗਰਾਂ ਨੂੰ ਪਾਣੀ ਨਹੀਂ ਪਿਆਵਾਂਗੇ। ਜੇ ਤੁਹਾਡਾ ਡੰਗਰ ਖੂਹ 'ਚ ਡਿੱਗ ਜਾਏਗਾ ਤੁਹਾਨੂੰ ਨਹੀਂ ਕੱਢਾਂਗੇ। ਹੁਣ ਪ੍ਰਭੂ ਨੇ ਸਵਾਲ ਕੀਤਾ, ਮੈਨੂੰ ਇਹ ਜਵਾਬ ਦਿਓ ਕਿ ਸ਼ਬਤ ਦਾ ਦਿਨ ਭਲਾ ਕਰਨਾ ਚਾਹੀਦਾ ਕਿ ਬੁਰਾ ਕਰਨਾ ਚਾਹੀਦਾ, ਬਚਾਉਣਾ ਚਾਹੀਦਾ ਕਿ ਮਾਰਨਾ ਚਾਹੀਦਾ? ਤੁਸੀਂ ਕੀ ਕਹਿੰਦੇ ਜੀ? ਤੁਸੀਂ ਕੀ ਕਹਿੰਦੇ ਜੀ? ਹੁਣ ਵੇਖੋ ਪ੍ਰਭੂ ਯਿਸੂ ਕੀ ਮਾੜਾ ਕਰਦਾ ਸੀ? ਪ੍ਰਭੂ ਭਲਾ ਕਰਦਾ ਸੀ, ਲੋਕਾਂ ਨੂੰ ਚੰਗਾ ਕਰਦਾ, ਬਿਮਾਰਾਂ ਤੋਂ ਚੰਗਾ ਕਰਦਾ, ਤੇ ਫਿਰ ਵੀ ਸ਼ੈਤਾਨ ਉਹਦਾ ਵਿਰੋਧ ਕੀਤਾ। ਹੁਣ ਇਹ ਵਿਰੋਧ ਸਰਦਾਰ ਨਹੀਂ ਕਰ ਰਹੇ, ਸ਼ੈਤਾਨ ਕਰ ਰਿਹਾ, ਕਿਉਂਕਿ ਸ਼ੈਤਾਨ ਨਹੀਂ ਚਾਹੁੰਦਾ ਕਿ ਮੈਨੂੰ 18 ਸਾਲਾਂ ਤੋਂ ਉਹਦੇ ਵਿੱਚ ਵੜਿਆ ਤੇ ਮੈਨੂੰ ਕਿਉਂ ਕੱਢਿਆ? ਸਮਝ ਆਈ ਕਿ ਨਹੀਂ ਆਈ? ਅੱਜ ਤੁਸੀਂ ਕਹਿੰਦੇ ਸਾਡਾ ਫਲਾਣਾ ਕਿਉਂ ਵਿਰੋਧ ਕਰਦਾ, ਸਾਨੂੰ ਫਲਾਣਾ ਕੋਈ ਮਾੜਾ ਕਹਿੰਦਾ। ਪਰਮੇਸ਼ਵਰ ਦੇ ਵਚਨ 'ਚ ਲਿਖਿਆ ਕਿ ਜੇ ਤੁਸੀਂ ਮਸੀਹ ਨਾ, ਮਤਲਬ ਸਾਡੇ ਪਰਮੇਸ਼ਵਰ ਦੇ ਨਾਲ ਕੀ ਕੁਛ ਹੈ? ਕਿੰਨੀ ਵਾਰ ਪੜਿਆ ਜਦੋਂ ਮੱਤੀ ਨੂੰ ਪੜ੍ਹਦੇ ਆ, ਆਂਦਾ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ, ਹਰੇਕ ਬੁਰੀ ਗੱਲ ਤੁਹਾਡੇ ਤੇ ਕੀ ਕਰਨਗੇ? ਪ੍ਰਭੂ ਨੇ ਕਿਹਾ ਖੁਸ਼ ਹੋ, ਆਨੰਦ ਹੋ, ਤੁਹਾਡਾ ਸਵਰਗ 'ਚ ਬਹੁਤ ਜ਼ਿਆਦਾ ਕੀ ਹੈ? ਆਮੀਨ। ਇਹਨਾਂ ਬੜਾ ਕੁਝ ਕਰਨਾ। ਚੱਲਦੇ ਚੱਲਦੇ ਲੋਕਾਂ ਨੇ ਤੁਹਾਨੂੰ ਖੇਡਣਾ, ਲੋਕਾਂ ਨੇ ਨਹੀਂ ਖੇਡਣਾ, ਮੈਂ ਲੋਕਾਂ ਦੀ ਗਲਤੀ ਨਹੀਂ। ਇੱਥੇ ਜਿਹੜੀ ਵਾਰਦਾਤ ਆਪਾਂ ਪੜ੍ਹ ਰਹੇ ਆ, ਇਹ ਹੈਗੀ ਆ ਸ਼ੈਤਾਨ ਦੀ, ਕਿਉਂਕਿ ਸਰਦਾਰਾਂ ਦੇ ਵਿੱਚ ਦੀ ਆਣ ਕੇ ਉਹਨੇ ਕੰਮ ਕੀਤਾ ਵੀ ਤੂੰ ਕਿਉਂ ਅੱਜ ਦੇ ਦਿਨ ਇਹ ਕੰਮ ਕਰਦਾ? ਤੇ ਪ੍ਰਭੂ ਨੇ ਕਿਹਾ ਕਿ ਮੈਂ ਸ਼ਬਦ ਦੇ ਦਿਨ ਦਾ ਕੀ ਹੈ? ਮਾਲਕ ਆ, ਤੇ ਜਿਹੜਾ ਮਾਲਕ ਉਹਨੂੰ ਕਿਸੇ ਕੋ ਪਰਮਿਸ਼ਨ ਲੈਣ ਦੀ ਲੋੜ, ਬਸ ਫਿਰ ਪ੍ਰਭੂ ਮਾਲਕ ਹੈ, ਉਹ ਧਰਤੀ ਆਕਾਸ਼ ਦਾ ਕੀ ਹੈ? ਹੁਣ ਉਹਨੂੰ ਪਰਮਿਸ਼ਨ ਥੋੜੀ ਲੈਣ ਦੀ ਲੋੜ ਕਿ ਮੈਂ ਕਿਸੇ ਕੋ ਪਰਮਿਸ਼ਨ ਲੈ ਕੇ ਕੰਮ ਕਰਾਂ, ਕਿਉਂਕਿ ਪਰਮੇਸ਼ਵਰ ਨੇ ਆਖਿਆ ਮੇਰਾ ਪਿਤਾ ਸ਼ੁਰੂ ਤੋਂ ਇਸੇ ਤਰ੍ਹਾਂ ਕਰਦਾ ਆ, ਜਿੱਦਾਂ ਮੇਰੇ ਪਿਤਾ ਕਰਦਾ ਸੀ ਉਸੇ ਤਰ੍ਹਾਂ ਮੈਂ ਵੀ ਕੀ ਹੈ ਕਰਦਾ। ਇਸ ਕਰਕੇ ਆਂਦਾ ਮੈਨੂੰ ਤੁਹਾਡੇ ਕੋਲ ਇਜਾਜ਼ਤ ਲੈਣ ਦੀ ਲੋੜ ਨਹੀਂ। ਤੇ ਪ੍ਰਭੂ ਦਾ ਵਿਰੋਧ ਕਿਉਂ ਕਰਦੇ? ਇਸੇ ਕਰਕੇ ਤੋਂ ਵਿਰੋਧ ਕਰਦੇ ਸੀ ਖੁਦਾ ਦਾ। ਅੱਜ ਮੰਨ ਲਓ ਆਪਣੇ ਚਰਚ ਵਿੱਚ ਲੰਗੜੇ ਚੱਲਦੇ, ਗੁੰਗੇ ਬੋਲਦੇ, ਕੈਂਸਰਾਂ ਠੀਕ ਹੁੰਦੀਆਂ, ਤੇ ਜਿਹੜੇ ਦੂਸਰੇ ਲੋਕ ਉਹ ਨਹੀਂ ਇਹ ਚਮਤਕਾਰਾਂ ਦੇ ਮਗਰ ਨੱਠੇ ਫਿਰਦੇ ਹੀ, ਕਹਿੰਦੇ ਕਿ ਨਹੀਂ ਲੋਕ ਚਮਤਕਾਰਾਂ ਦੇ ਮਗਰ ਨੱਠੇ। ਤੇ ਪ੍ਰਭੂ ਯਿਸੂ ਨੇ 4 ਇੰਜੀਲਾਂ ਪੜੋ, ਸਭ ਤੋਂ ਜ਼ਿਆਦਾ ਮੈਰੀਕਲ ਕੀਤੇ ਪ੍ਰਭੂ ਨੇ। ਚਮਤਕਾਰ ਮੇਰੇ ਨਾਂ 'ਚ ਥੋੜੀ ਹੋਣੇ ਆ, ਇਹ ਯਿਸੂ ਦੇ ਨਾਂ 'ਚ ਹੁੰਦੇ ਆ, ਤੇ ਯਿਸੂ ਹੀ ਕਰਦਾ। ਉਹਨੂੰ ਇੱਕ ਬੋਡੀ ਦੀ ਲੋੜ ਆ, ਪਵਿੱਤਰ ਆਤਮਾ ਆਪਣੇ ਆਪ ਕੁਝ ਨਹੀਂ ਕਰੇਗਾ, ਉਹਨੂੰ ਇੱਕ ਬੋਡੀ ਦੀ ਲੋੜ ਆ, ਇੱਕ ਸਰੀਰ ਦੀ ਲੋੜ ਆ। ਜਦੋਂ ਸਰੀਰ ਨੂੰ ਇਸਤੇਮਾਲ ਕਰੇਗਾ ਤੇ ਪਵਿੱਤਰ ਆਤਮਾ ਆਪਣੇ ਕਾਰਜ ਕੀ ਆ ਸਿੱਧਾ ਥੋੜੀ ਕਰੇਗਾ। ਆਤਮਾ ਉਹਨੂੰ ਇੱਕ ਬੰਦੇ ਦੀ ਲੋੜ ਆ। ਹੁਣ ਵੇਖੋ ਮੇਰੇ ਜੀਜੋ, ਸਮਝ ਲੱਗ ਰਹੀ ਮੇਰੇ ਭੈਣ ਭਰਾਵਾਂ ਨੂੰ? ਅੱਜ ਮਸਾ ਹੋਣਾ ਬਹੁਤ ਹੀ, ਕੱਲੀ ਬਾਈਬਲ ਨਹੀਂ, ਕੱਲੀ ਪ੍ਰੇਅਰ ਨਹੀਂ, ਮਸਾ ਤੁਹਾਨੂੰ ਪਵਿੱਤਰ ਆਤਮਾ ਪਾਉਣਾ ਜ਼ਰੂਰੀ ਹੈ। ਜੇ ਪਵਿੱਤਰ ਆਤਮਾ ਨਹੀਂ ਆ, ਇੱਕ ਸਾਈਡ ਕੱਟੀ ਆ ਤੁਹਾਡੀ, ਇੱਕੋ ਸਾਈਡ ਚੱਲ ਰਹੀ ਆ, ਤੇ ਸ਼ੈਤਾਨ ਕਦੀ ਵੀ ਆਣ ਕੇ ਮਾਰ ਦੇਗਾ ਤੁਹਾਨੂੰ। ਮਸਾ ਹੋਣਾ ਬੜਾ ਜ਼ਰੂਰੀ। ਹੁਣ ਜਿਵੇਂ ਜਿਵੇਂ ਸਮਾਂ ਚੱਲਦਾ ਮਸਾ 'ਚ ਵਧੋ, ਫਾਇਰ 'ਚ ਵਧੋ। ਹੋਰ ਪ੍ਰਭੂ ਨੂੰ ਕਹੋ ਮੈਨੂੰ ਆਉਣ ਵਾਲਾ ਸਮਾਂ ਦੱਸ, ਪ੍ਰਭੂ ਮੈਨੂੰ ਵਚਨਾਂ ਦੀ ਗਹਿਰਾਈ ਦੇ। ਫਿਰ ਵੇਖੋ, ਕਿਉਂਕਿ ਬਾਈਬਲ 'ਚ ਲਿਖਿਆ, ਜਦੋਂ ਤੁਸੀਂ ਪੜ੍ਹਦੇ ਕਰੰਥੀਆਂ 12 ਕਰੰਥੀਆਂ ਫਸਟ, ਉੱਥੇ ਲਿਖਿਆ ਆਤਮਾ ਤੋਂ ਵਿਦਿਆ, ਆਤਮਾ ਤੋਂ ਗਿਆਨ,
ਤੇ ਆਤਮਾ ਤੋਂ ਹੀ ਨਰੋਇਆ ਕਰਨ ਦੀਆਂ ਦਾਤਾਂ। ਮਤਲਬ ਕਿ ਆਤਮਾ ਇੱਕ ਆ ਪਰ ਉਹਦੇ ਕਾਰਿਏ ਕਹਿਣ ਦਾ ਮਤਲਬ ਜੇ ਪਵਿੱਤਰ ਆਤਮਾ ਨਹੀਂ ਆ ਤੇ ਤੁਹਾਨੂੰ ਵਚਨ ਦੀ ਵੀ ਕਦੀ ਸਮਝ, ਜੇ ਪਵਿੱਤਰ ਆਤਮਾ ਨਹੀਂ ਆ ਤਾਂ ਤੁਸੀਂ ਕਦੀ ਪ੍ਰਭੂ ਤੇ ਵਿਸ਼ਵਾਸ ਵੀ ਨਹੀਂ ਕਰੋਗੇ। ਜੇ ਪਵਿੱਤਰ ਆਤਮਾ ਨਹੀਂ ਆ ਤੇ ਤੁਸੀਂ ਕਦੀ ਵੀ ਇੰਨੇ ਭਾਸ਼ਾ ਨਹੀਂ ਬੋਲੋਗੇ, ਕਦੀ ਵੀ ਆਤਮਾ ਦੀ ਪਰਖ ਨਹੀਂ ਕਰੋਗੇ। ਕਹਿਣ ਦਾ ਭਾਵ ਕੀ ਆ ਕਿ ਅੱਜ ਜੇ ਆਪਾਂ ਮੱਸਾ ਤੋਂ ਖਾਲੀ ਆ ਤਾਂ ਸਾਨੂੰ ਬੋਲੋ, ਪ੍ਰਭੂ ਮੈਨੂੰ ਮੱਸਾ ਨਾ ਭਰ, ਮੈਨੂੰ ਵਚਨ ਦੇ ਨਾਲ ਭਰ ਪ੍ਰਭੂ, ਮੈਂ ਸਹੀ ਔਰ ਗਲਤ ਦੀ ਪਹਿਚਾਨ ਨੂੰ ਸਮਝ ਸਕਾਂ। ਪਿਤਾ, ਜਿਸ ਤਰ੍ਹਾਂ ਤੁਸੀਂ ਕੁਬੜੀ ਔਰਤ ਨੂੰ ਜਾਂਚ ਲਿਆ ਕਿ ਵਾਕਿਆ ਉਹਦੇ ਅੰਦਰ ਇੱਕ ਦੁਸ਼ਟ ਆਤਮਾ ਸੀ, ਪਰ ਉਹ ਲੰਬੇ ਸਮੇਂ ਤੋਂ ਮੈਡੀਸਨ ਖਾ ਰਹੀ, ਲੰਬੇ ਸਮੇਂ ਤੋਂ ਚਰਚ ਜਾ ਰਹੀ, ਪਰ ਉਹਦੀ ਹੀਲਿੰਗ ਨਹੀਂ ਸੀ ਹੋ ਰਹੀ। ਹੀਲਿੰਗ ਦਾ ਮਤਲਬ ਕਿ ਜਿਸ ਜਗ੍ਹਾ ਤੇ ਉਹ ਜਾ ਰਹੀ ਸੀ ਉਹ ਜਗ੍ਹਾ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਇਹਨੂੰ ਇੰਨੀ ਬਿਮਾਰੀ ਆ ਕਿ ਜਾਂ ਇਹਨੂੰ ਦੁਸ਼ਟ ਆਤਮਾ ਵਾ। ਹੁਣ ਕਿੰਨੇ ਲੋਕਾਂ ਨੂੰ ਸਮਝ ਆ ਰਹੀ ਆ? ਅੱਜ ਕਿੰਨੇ ਚਰਚ ਵੇਖਾਂਗੇ ਜਿਹੜੇ ਰਾਤ ਨੂੰ ਪ੍ਰੇਅਰ ਹੀ ਨਹੀਂ ਕਰਦੇ, ਰਾਤੀ ਉਹਨਾਂ ਰੋਟੀ ਖਾਣੀ ਰੱਜ ਕੇ ਚਲੋ ਸੌਂ ਜਾਣਾ, ਸਵੇਰੇ ਉੱਠ ਕੇ ਪੁਰਪਟ ਤੇ ਖਲੋ ਜਾਣਾ। ਕੀ ਹੋਏਗਾ? ਬੋਲੋ, ਹੋਏਗਾ ਕੁਝ? ਜਿਹੜਾ ਬੰਦਾ ਰਾਤ ਤਿਆਰੀ 'ਚ ਨਹੀਂ ਆ ਉਹ ਬੰਦਾ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ। ਤੁਹਾਨੂੰ ਪਤਾ ਸ਼ੈਤਾਨ 12 ਤੋਂ 2 'ਚ ਕਿੰਨੇ ਨੁਕਸਾਨ ਕਰਦਾ, ਪਰ ਆਪਣਾ ਧਿਆਨ ਹੀ ਨਹੀਂ। ਆਪਾਂ ਕਹਿਣਾ ਕੋਈ ਗੱਲ ਨਹੀਂ, ਸਮਝ ਲਓ, ਪਰ ਬਾਈਬਲ ਕੀ ਕਹਿੰਦੀ ਆ? ਭੋਲੇ ਫਿਰ ਜਾਣ ਕਰਕੇ ਮਾਰੇ ਤੇ ਮੂਰਖਾਂ ਦੀ ਲਾਪਰਵਾਹੀ ਉਹਨਾਂ ਦਾ ਨਾਸ਼ ਕੀਏ। ਤੇ ਲਿਖਿਆ ਜਿਹੜਾ ਮੇਰੀ ਸੁਣਦਾ ਸੁੱਖ ਨਾਲ ਕੀ ਕਰੇਗਾ? ਬਸ ਫਿਰ ਸੁਣਨੀ ਉਹਦੀ ਆਵਾਜ਼ ਬਾਈਬਲ ਦੇ ਦੁਆਰਾ। ਹਾਂਜੀ 16 ਨੰਬਰ ਹੈ। ਹਾਂ ਫਿਰ ਭਲਾ ਇਹ ਤੀਵੀ ਜੋ ਅਬਰਾਹਾਮ ਦੀ ਧੀ ਹੈ। ਪਰਮੇਸ਼ਵਰ ਪ੍ਰਭੂ ਯਿਸੂ ਨੇ ਆਖਿਆ ਉਹਨਾਂ ਸਦੂਕੀਆਂ ਨੂੰ, ਫਰੀਸੀਆਂ ਨੂੰ, ਜਿਹੜੇ ਉਸ ਸਮੇਂ ਦੇ ਸਮਾਜ ਦੇ ਸਰਦਾਰ ਸੀ, ਉਹਨਾਂ ਨੂੰ ਪ੍ਰਭੂ ਨੇ ਕੀ ਆਖਿਆ? ਆਂਦਾ ਫਿਰ ਭਲਾ ਇਹ ਤੀਵੀ ਜੋ ਅਬਰਾਹਾਮ ਦੀ ਧੀ ਹੈ, ਹਾਂ, ਜਿਹਨੂੰ ਸ਼ੈਤਾਨ ਨੇ ਵੇਖੋ 18 ਵਰਿਆਂ ਤੋਂ ਬੰਨ ਰੱਖਿਆ ਹੈ। ਕਿੰਨੇ ਫੜਿਆ ਸੀ? ਬੋਲੋ। ਤੇ ਪਾਸਟਰ ਨੂੰ ਕਿਉਂ ਨਹੀਂ ਸੀ ਪਤਾ? ਹੁਣ ਪ੍ਰਭੂ ਨੇ ਬੋਲਿਆ ਨਾ, ਇਹਨੂੰ 18 ਸਾਲ ਤੋਂ ਸ਼ੈਤਾਨ ਨੇ ਬੰਨ ਕੀਆ ਰੱਖਿਆ ਸੀ। ਅੱਜ ਕਿੰਨੇ ਲੋਕ ਬੱਧੇ ਨੇ? ਚਰਚ ਨਹੀਂ ਜਾਣਾ, ਦੁਆ ਨਹੀਂ ਕਰਨੀ, ਆ ਨਹੀਂ ਕਰਨਾ। ਤੇ ਜੇ ਕੁਬੜੀ ਔਰਤ ਨੂੰ 18 ਸਾਲ ਤੋਂ ਬੱਧਾ ਵਾ ਤਾਂ ਉਹ ਵੀ ਸਮਝ ਲਓ ਵੀ ਇਸੇ ਸਪਿਰਿਟ ਦੇ ਨੀਚੇ ਇਹੋ ਹੀ ਆਤਮਾ ਉਹਨਾਂ ਦੇ ਜੀਵਨ 'ਚ ਕੰਮ ਕਰ ਰਹੀ। ਚਰਚ ਨਹੀਂ ਜਾਣਾ, ਬਾਈਬਲ ਨਹੀਂ ਪੜ੍ਹਨੀ, ਰੋਜ਼ਾ ਨਹੀਂ ਰੱਖਣਾ, ਅਹੀਂ ਨਹੀਂ ਕਰਨਾ, ਤੇ ਸਮਝ ਲਓ ਇਹੋ ਸਪਿਰਿਟ ਜਿਹੜੀ ਉਹਨਾਂ ਦੇ ਮਗਰ ਪਈ ਆ। ਹਾਂਜੀ, ਇਹ ਨੂੰ ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣ ਯੋਗ ਨਹੀਂ ਸੀ। ਆਂਦਾ ਇਸ ਯੋਗ ਨਹੀਂ ਸੀ ਕਿ 18 ਸਾਲ ਤੋਂ ਵਿਚਾਰੀ ਦੁਸ਼ਟ ਨੇ ਨੂੰ ਬੁਰਾ ਹਾਲ ਕਰ ਛੱਡਿਆ। ਇਹ ਅੱਜ ਅਬਰਾਮ ਦੀ ਧੀ ਬਣ ਗਈ ਤੇ ਤੁਹਾਨੂੰ ਕੀ ਤਕਲੀਫ ਹੋਣ ਡਈ ਆ? ਅੱਜ ਤਕਲੀਫ ਸ਼ੈਤਾਨ ਨੂੰ ਬਹੁਤ ਜ਼ਿਆਦਾ ਵੀ ਕੋਈ ਬੰਦੇ ਚੋਂ ਕੱਢਦਾ, ਇਹ ਤੇ ਯਾਰ ਮੇਰੀ ਗੱਲ ਮੰਨਦੀ, ਇਹ ਟੀਵੀ ਵੇਖਦੀ ਸੀ, ਇਹ ਡਰਾਮੇ ਵੇਖਦੀ ਸੀ, ਇਹ ਆਹ ਕਰਦੀ ਸੀ, ਇਹ ਤੇ ਮੈਨੂੰ ਖੁਸ਼ ਕਰਦੀ ਸੀ, ਹੁਣ ਇਹ ਠੀਕ ਮੈਨੂੰ ਇਹ ਚੋਂ ਕੱਢ ਦਿੱਤਾ ਹੀ। ਤਾਂ ਹੀ ਲਿਖਿਆ ਨਾ ਕਿ ਜਦੋਂ ਸ਼ੈਤਾਨ ਨਿਕਲਦਾ ਤੇ ਸੁੱਕੀਆਂ ਥਾਵਾਂ ਨੂੰ ਕੀ ਕਰਦਾ ਏ? ਕਿਉਂ? ਇੱਕ ਦਿਨ ਇੱਕ ਖੁਦਾ ਦਾ ਬੰਦਾ ਕਹਿੰਦਾ, ਆਂਦਾ ਜਦੋਂ ਇਹ ਦੁਸ਼ਟ ਆਤਮਾ ਕੱਢਣੇ ਹੀ ਕਹਿਣਾ ਮਾਰਨਾ ਟੁੱਟ, ਚੱਲ ਪਾਕਿਸਤਾਨ ਨਾਲ ਕੀ ਹੋ ਜਾ। ਤਾਂ ਆਂਦਾ ਪਾਕਿਸਤਾਨ ਵਾਲੇ ਸਾਡੀ ਸਾਈਡ ਵੱਲ ਨੂੰ ਟੁੱਟ ਮਾਰਦੇ ਵੀ ਚੱਲ ਹੁਣ ਹਿੰਦੁਸਤਾਨ 'ਚ ਵੜ ਜਾ। ਆਂਦਾ ਫਿਰ ਸੁੱਕੀਆਂ ਥਾਵਾਂ ਨੂੰ ਭਾਲਦੀ ਹੈ, ਝਾੜੇ ਪੁੰਜੇ ਕਮਰੇ ਕੀ ਕਰਦੀ? ਕਿੰਨੇ ਲੋਕ ਹੁਣ ਮੰਨ ਲਓ ਇਹ ਕੁਬੜੀ ਔਰਤ ਠੀਕ ਹੋ ਗਈ ਆ, ਹੁਣ ਇਹਦਾ ਮਤਲਬ ਕੀ ਕਿ ਮੈਂ ਠੀਕ ਹੋ ਗਈ, ਹੁਣ ਮੈਨੂੰ ਦੁਆ ਕਰਨ ਦੀ ਲੋੜ ਹੀ ਨਹੀਂ। ਬੋਲੋ, ਚਰਚ ਜਾਣ ਦੀ ਲੋੜ ਹੀ ਨਹੀਂ, ਰੋਜ਼ਾ ਰੱਖਣ ਦੀ ਲੋੜ ਹੀ ਨਹੀਂ। ਅੱਜ ਇਦਾਂ ਦੇ ਲੋਕ ਜੇ ਚਰਚ ਜਾਣਗੇ ਠੀਕ ਹੋ ਜਾਣਗੇ, ਬਾਅਦ ਭੈਣ ਜੀ ਦੁਆ ਕਰਦੇ ਨਹੀਂ ਹੁਣ ਪਾਸਟਰ ਜੀ ਥੋੜੀ ਜਿਹੀ ਹੁੰਦੀ। ਮੈਂ ਕਿਹਾ ਫਿਰ ਆ ਰਹੇ ਪਿਓ ਪਾਪਾ ਤੇਰਾ ਫਿਰ ਤੇਰੇ ਵੱਲ ਹੈ ਆ ਰਹੇ ਹੁਣ ਵਿਚਾਲੀ। ਉਹਨੇ ਕਿਹਾ ਇੱਕ ਜਾਏਗੀ ਤੇ 7 ਹੋਰ ਨਾਲ ਲੈ ਕੇ, ਇੱਕ ਤੇ ਤੇਰੇ ਕੋਲ ਸਾਂਭੀ ਨਹੀਂ ਗਈ ਤੇ 7 ਨੂੰ ਕੀ ਸਾਂਭ ਲੇਗੀ ਤੂੰ? ਇਹ ਵਚਨ ਸਾਨੂੰ ਅਲਰਟ ਕਰਦਾ ਕਿ ਜੇ ਅਸੀਂ ਚੰਗੇ ਹੋ ਗਏ ਆ ਤੇ ਦੁਬਾਰਾ ਨਗੇਲੀ ਨਹੀਂ ਕਰਨੀ। ਇੱਥੇ ਵੇਖੋ ਜੀ ਆਉਂਦੇ ਨਹੀਂ ਲੋਕ, ਰਮਾਨ ਨਾਲ ਬੈਠੇ ਡੀਕਣ ਦੇ ਵਿੱਚ। ਜਦੋਂ ਕੋਈ ਮੁਸੀਬਤ ਪਵੇਗੀ ਤੇ ਫਿਰ ਚੱਲ ਜਾਾਂਗੇ। ਵੇਖ ਲਓ ਜੀ, ਝੂਠ ਤੇ ਨਹੀਂ ਬੋਲ ਰਿਹਾ। ਲੋਕ ਮੁਸੀਬਤ ਨੂੰ ਡੀਕਦੇ ਕਿ ਕੋਈ ਪੰਗਾ ਪਵੇ ਫਿਰ ਆਵਾਂਗੇ। ਉਦਾਂ ਕੌਣ ਵੜਦਾ? ਲੋਕ ਕਹਿੰਦੇ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ। ਟਾਈਮ ਨਹੀਂ ਹੈਗਾ, ਟਾਈਮ ਕੱਢਣਾ ਪੈਂਦਾ ਵਾ। ਟਾਈਮ ਨਹੀਂ ਕਿਸੇ ਦੇ ਕੋਲ ਵੀ ਹੈਗਾ, ਪਰ ਟਾਈਮ ਕੱਢਣਾ ਪੈਂਦਾ। ਹੁਣ ਵੇਖੋ ਪ੍ਰਭੂ ਯਿਸੂ ਨੇ ਇਸ ਭੈਣ ਨੂੰ ਫ੍ਰੀ ਕੀਤਾ ਵਾ, ਡਿਲੀਵਰੈਂਸ ਕੀਤਾ, ਇਹ ਆਜ਼ਾਦ ਹੋ ਚੁੱਕੀ ਆ। ਹੁਣ ਇਹਦੇ ਵਾਸਤੇ ਕੀ ਆ? ਹੁਣ ਇਹ ਕੀ ਕਰੇ? ਇਹਨੂੰ ਹੁਣ ਲੋੜ ਹੈ ਕਿ ਮੈਂ ਲਗਾਤਾਰ ਪ੍ਰੇਅਰ ਕਰਾਂ, ਮੈਂ ਲਗਾਤਾਰ ਖੁਦਾ ਦੀ ਹਜ਼ੂਰੀ ਵਿੱਚ ਆਵਾਂ। ਹੁਣ ਐਸੇ ਲੋਕ ਜਿਹੜੇ ਠੀਕ ਹੋ ਕੇ 2-2 ਮਹੀਨੇ ਚਰਚ ਨਹੀਂ ਵੜਦੇ, ਮਹੀਨਾ ਚਰਚ ਨਹੀਂ ਵੜਦੇ, ਕੋਈ ਪ੍ਰਭੂ ਭੋਜ ਨਹੀਂ, ਕੋਈ ਲੈਣਾ ਨਹੀਂ। ਹੁਣ ਉਹਨਾਂ ਨੂੰ ਫਿਰ ਕੀ? ਆਪਣੀ ਬਿਮਾਰੀ ਨੂੰ ਫਿਰ ਕੀ ਕਰ ਰਿਹਾ? ਕੀ ਕਰ ਰਿਹਾ? ਸਾਤਰੇ ਵੀ ਆ ਜਾ ਚੁੱਕ ਕੇ ਮਾਰ ਸਾਨੂੰ ਬੈੱਡ ਤੇ, ਫਿਰ ਨਾਲੇ ਹਸਪੀਟਲ 'ਚ ਜਾੜ ਜਿਹੜਾ ਸਾਨੂੰ।
मेरे जीजो ये वचन सानू अलर्ट करदा कि जे दुष्ट आत्मा निकल गई आ ते दोबारा ਉਹਨੂੰ ਲਿਆਉਣ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਮੈਰਿਜ ਵਿੱਚ ਜਾਓ, ਕਿਤੇ ਵੀ ਜਾਓ, ਤੁਹਾਨੂੰ ਇਹ ਪਤਾ ਕਿ ਮੈਂ ਕੋਈ ਗਲਤ ਚੀਜ਼ ਨਹੀਂ ਖਾਣੀ, ਮੈਂ ਇੱਥੇ ਕੋਈ ਵੀ ਗਲਤ ਖਾਣ ਪਾਣ ਨਹੀਂ ਕਰਨਾ, ਫਿਰ ਬਚ ਜਾਓਗੇ, ਨਹੀਂ ਤੇ ਫਸੋਗੇ। ਹੁਣ ਇੱਥੇ ਕੀ ਲਿਖਿਆ? ਫਿਰ ਭਲਾ ਇਹ ਤੀਵੀਂ ਜੋ ਅਬਰਾਹਮ ਦੀ ਧੀ ਹੈ, ਜਿਹਨੂੰ ਸ਼ੈਤਾਨ ਨੇ ਵੇਖੋ 18 ਵਰਿਆਂ ਤੋਂ ਬੰਨ ਰੱਖਿਆ ਹੈ, ਇਹ ਸ਼ਬਦ ਦੇ ਦਿਨ, ਇਹਨੂੰ ਸ਼ਬਦ ਦੇ ਦਿਨ ਇਸ ਬੰਧਨ ਤੋਂ ਛਡਾਉਣਾ ਯੋਗ ਨਹੀਂ ਸੀ। ਕਿਹਨਾਂ ਨੂੰ ਕਹਿ ਰਿਹਾ? ਉਹਨਾਂ ਲੋਕਾਂ ਨੂੰ ਜਿਹੜੇ ਪ੍ਰਭੂ ਦੇ ਨਾਲ ਬਹਿਸਬਾਜ਼ੀ ਕੀ ਆ, ਸਰਦਾਰ ਲੋਕ, ਉਹ ਫਰੀਸੀ ਸਦੂਕੀ ਜਿਹੜੇ ਪ੍ਰਭੂ 'ਚ ਰੋਜ਼ ਗਲਤੀਆਂ ਫੜਦੇ। ਮੇਰੇ ਭੈਣ ਪ੍ਰਭੂ ਯਿਸੂ ਸ਼ੁਰੂ ਤੋਂ ਭਲਾ ਕਰਦੇ ਆਏ ਆ, ਤਾਂ ਸਾਨੂੰ ਵੀ ਉਹ ਸਿਖਾ ਰਹੇ ਆ ਕਿ ਉਹ ਭਾਵੇਂ ਸ਼ਬਦ ਹੋਵੇ, ਭਾਵੇਂ ਜਿਹੜਾ ਮਰਜ਼ੀ ਦਿਨ ਹੋਵੇ, ਤੁਸੀਂ ਬਸ ਲੋਕਾਂ ਤੇ ਪ੍ਰੇਰ ਕਰੋ, ਦਇਆ ਕਰੋ, ਉਹਨਾਂ ਨੂੰ ਬਚਾਓ ਤੇ ਸਵਰਗ ਦੇ ਰਾਜ ਦੇ ਵਾਰਿਸ ਕੀ ਕਰੋ। ਆਮੀਨ। ਕਿੰਨੇ ਲੋਕਾਂ ਨੂੰ ਸਮਝ ਲੱਗੀ ਆ? ਅੱਜ ਮਸਾ ਪਹਿਲੇ ਨੰਬਰ ਤੇ ਮਸਾ ਇਹਨੂੰ ਮੰਗਣਾ ਕਿ ਪ੍ਰਭੂ ਮੈਂ ਸਮਝ ਸਕਾਂ, ਮੈਨੂੰ ਬੁੱਧੀ ਦੇ, ਮੈਨੂੰ ਆਤਮਾ ਦਾ ਗਿਆਨ ਦੇ, ਮੈਂ ਤੇਰੇ ਵਚਨ ਵਿੱਚ ਵੱਧ ਸਕਾਂ ਮੇਰੇ ਪ੍ਰਭੂ। 17 ਨੰਬਰ, ਜਾਂ ਇਹ ਗੱਲਾਂ ਕਰਦਾ ਹੀ ਸੀ ਹਾਂ ਤਾਂ ਉਹ ਦੇ ਸਭ ਵਿਰੋਧੀ ਸ਼ਰਮਿੰਦੇ ਹੋ ਗਏ। ਲਿਖਿਆ ਜਦੋਂ ਪ੍ਰਭੂ ਨੇ ਉਹਨਾਂ ਨੂੰ ਜਵਾਬ ਦਿੱਤਾ ਤੇ ਲਿਖਿਆ ਜਿੰਨੇ ਉੱਤੇ ਪ੍ਰਭੂ ਨਾਲ ਪੰਗਾ ਲੈ ਰਹੇ ਸੀ ਤੇ ਸਾਰੇ ਸ਼ਰਮਿੰਦੇ ਹੋ ਗਏ, ਉੱਥੋਂ ਚਲੇ ਗਏ। ਹਾਂਜੀ। ਅਤੇ ਸਾਰੀ ਭੀੜ ਉਹਨਾਂ ਸਭਨਾ ਪ੍ਰਤਾਪ ਵਾਲੇ ਕੰਮਾਂ ਤੋਂ ਜੋ ਉਹ ਦੇ ਕੋਲ ਹੋਏ ਸਨ ਆਨੰਦ ਹੋਈ। ਹਾਲੇਲੂਇਆ। ਲਿਖਿਆ ਜਿਹੜੇ ਉਹਨਾਂ ਨੇ ਕੰਮ ਵੇਖੇ ਕਿ 18 ਸਾਲ ਤੋਂ ਇਹ ਭੈਣ ਨੂੰ ਖੁਦਾ ਨੇ ਚੰਗਾ ਕੀਤਾ, ਉਹ ਫ੍ਰੀ ਆ, ਤੇ ਲਿਖਿਆ ਸਾਰੇ ਉਸ ਪ੍ਰਤਾਪ ਵਾਲੇ ਕੰਮਾਂ ਨੂੰ ਵੇਖ ਕੇ ਤੇ ਬਹੁਤ ਜ਼ਿਆਦਾ ਖੁਸ਼ ਕੀਆ ਹੋਏ। ਆਮੀਨ। ਇਸ ਕਰਕੇ ਅੱਜ ਦਾ ਮੈਸੇਜ ਇਹੀ ਹੈ ਮੇਰੇ ਜੀਜੋ, ਖੁਦਾ ਦੀ ਹਜ਼ੂਰੀ 'ਚ ਰਹਿਣਾ, ਅਲਰਟ ਰਹਿਣਾ, ਸਾਮਰਥ ਮੰਗਣੀ ਆ, ਵਚਨ ਤੇ ਚੱਲਣਾ, ਤੇ ਇਹ ਨਹੀਂ ਕਹਿਣਾ ਵੀ ਹੁਣ ਅਸੀਂ ਚੰਗੇ ਹੋ ਗਏ ਤੇ ਚਰਚ ਨਾ ਵੜੀਏ, ਚੰਗੇ ਹੋ ਗਏ ਤੇ ਦਵਾਈ ਨਾ ਕਰੀਏ, ਫਿਰ ਉਹ ਕੰਮ ਹੁਣ ਇੱਕ ਜਾਏਗੀ ਤੇ 7। ਸਮਝ ਆਈ? ਬਾਈਬਲ 'ਚ ਲਿਖਿਆ ਚਾਹੇ ਦੁੱਖ ਚਾਹੇ ਸੁੱਖ ਹਰ ਹਾਲ ਵਿੱਚ ਮੇਰਾ ਕੀ ਕਰ, ਕਿ ਉਦੋਂ ਕਰ ਜਦੋਂ ਮੈਂ ਦੇਣਾ। ਕਿਉਂ ਭੈਣ ਭਰਾਓ? ਕਿੰਨੇ ਲੋਕ ਸੁਣਦੇ? ਤਸਲੂਕੀਆਂ ਜਦੋਂ ਦੀ 5 ਦੀ 16 ਨੂੰ ਮੈਂ ਪੜਦਾ, ਬਾਈਬਲ 'ਚ ਲਿਖਿਆ ਸਦਾ ਆਨੰਦ ਰਹੋ, ਨਿਤ ਪ੍ਰਾਰਥਨਾ ਕਰੋ। ਪ੍ਰਭੂ ਨੇ ਕਿਹਾ ਸਦਾ ਕੀ ਰਹੋ? ਸ਼ਾਂਤੀ 'ਚ ਰਹੋ, ਆਨੰਦ ਰਹੋ, ਨਿਤ ਪ੍ਰਾਰਥਨਾ ਕਰੋ, ਹਰ ਹਾਲ ਵਿੱਚ ਧੰਨਵਾਦ ਕਰੋ, ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ਵਰ ਦੀ ਇਹੋ ਇੱਛਾ ਹੈ। ਸਭ ਬੋਲੇ ਆਮੀਨ। ਹੁਣ ਇਹ ਨਹੀਂ ਕਿਹਾ ਵੀ ਸਾਡੇ ਘਰ 'ਚ ਮਰਗ ਹੋ ਗਈ ਆ ਤਾਂ ਨਹੀਂ ਕੀ ਕਰੀਏ, ਲਿਖਿਆ ਹਰ ਹਾਲ ਵਿੱਚ ਧੰਨਵਾਦ ਕਰ, ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ਵਰ ਦੀ ਇਹੀ ਕੀ ਹੈ। ਅੱਜ ਆਪਾਂ ਜਾਣਨਾ ਚਾਹੁੰਦੇ ਕਿ ਪ੍ਰਭੂ ਮੇਰੇ ਜੀਵਨ 'ਚ ਤੇਰੀ ਮਰਜ਼ੀ ਕੀ ਆ, ਤਾਂ ਪ੍ਰਭੂ ਨੇ ਕਿਹਾ 18 ਐਤ ਦੀ ਮੇਰੀ ਮਰਜ਼ੀ ਆ ਕਿ ਚਾਹੇ ਦੁੱਖ ਹੋਣ ਚਾਹੇ ਸੁੱਖ ਹੋਣ, ਹਰ ਹਾਲ 'ਚ ਉਹਦਾ ਕੀ ਕਰ, ਧੰਨਵਾਦ। ਅੱਗੇ ਲਿਖਿਆ ਆਤਮਾ ਨੂੰ ਨਾ ਬਚਾਓ, ਅਗੰਮ ਵਾਕਾਂ ਨੂੰ ਤੁੱਛ ਕੀ ਕਰੋ ਨਾ ਜਾਣੋ। ਅੱਜ ਕਿੰਨੇ ਲੋਕ ਵਚਨ ਅਗੰਮ ਵਾਕ ਅੱਜ ਫਿਰ ਹੋਇਆ ਨਾ ਕਿ ਆਉਣ ਵਾਲਾ ਸਮਾਂ ਬੜਾ ਭਿਅੰਕਰ ਹੈ, ਬੁਰਾ ਵਾ, ਇਹ ਬੁਰਾਈ ਹੋਏਗੀ, ਪਰ ਜੇ ਆਪਾਂ ਸੁਣ ਲਾਂਗੇ ਛੱਡ ਦਾਂਗੇ ਤਾਂ ਉਹ ਸਾਡੇ ਤੇ ਡਿਪੈਂਡ ਆ। ਅੱਗੇ ਲਿਖਿਆ ਸਭਨਾ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੋ। ਕੀ ਲਿਖਿਆ? ਪਹਿਲੇ ਨੰਬਰ ਤੇ ਸਾਰੀਆਂ ਗੱਲਾਂ ਦੀ ਪਰਖ ਕਰੋ ਤੇ ਖਰੀਆਂ ਨੂੰ ਫੜ ਲਓ, ਤੇ ਹਰ ਪ੍ਰਕਾਰ ਦੀ ਬਦੀ ਤੋਂ ਲਾਂਭੇ ਕੀ ਕਰੋ। ਆਮੀਨ। ਕੀ ਕਰਨਾ? ਹਰ ਪ੍ਰਕਾਰ ਦੀ ਬਦੀ ਤੋਂ ਕੀ ਰਹੋ? ਲਾਂਭੇ ਰਹੋ। ਹੁਣ ਜਿਹੜੀ ਲਾਸਟ ਵਾਲੀ ਐਤ ਆ, ਲਿਖਿਆ ਤੇ ਸ਼ਾਂਤੀ ਦਾਤਾ ਪਰਮੇਸ਼ਰ ਆਪ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡੇ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ ਸੰਪੂਰਨ ਬਚਿਆ। ਹੁਣ ਕਿੰਨਾ ਚਿਰ ਬਚਾਉਣਾ ਏ? ਵੇਖ ਲੋ, ਬੰਦਗੀ ਤੱਕ ਬਚਣਾ, ਪੌੜੀਆਂ ਉਤਰਦਿਆਂ ਸਾਰ ਫੇਰ ਉਹੀ ਕੰਮ। ਪ੍ਰਭੂ ਨੇ ਕਿਹਾ ਦੋਸ਼ ਰਹਿਤ ਰਹਿਣਾ ਵਾ ਜਿੰਨਾ ਚਿਰ ਮੈਂ ਨਾ ਆ ਜਾ, ਤੇ ਜਦ ਤੱਕ ਤੁਸੀਂ ਇੱਥੋਂ ਚਲੇ ਕੀ ਆ? ਦੋਸ਼ ਰਹਿਤ। ਪ੍ਰਭੂ ਜਿਹੜਾ ਦੋਸ਼ ਰਹਿਤ ਕਲੀਸਿਆ ਨੂੰ ਲੈਣ ਵਾਸਤੇ ਆ ਰਿਹਾ। ਕਿੰਨੇ ਲੋਕਾਂ ਨੂੰ ਸਮਝ ਆਈ? ਲਿਖਿਆ ਤੁਹਾਡਾ ਜੀਵ, ਤੁਹਾਡਾ ਆਤਮਾ, ਤੁਹਾਡਾ ਸਰੀਰ ਪ੍ਰਭੂ ਯਿਸੂ ਦੇ ਆਉਣ ਦੇ ਵੇਲੇ ਦੋਸ਼ ਰਹਿਤ ਬਚਿਆ ਕੀਏ। ਅਗਲੇ ਕਿਹਾ ਤੁਹਾਡਾ ਸੱਦਣ ਵਾਲਾ ਵਫਾਦਾਰ ਹੈ ਅਤੇ ਉਹ ਅਜਿਹਾ ਹੀ ਕਰੇਗਾ। हे ਭਰਾਓ ਸਾਡੇ ਲਈ ਪ੍ਰਾਰਥਨਾ ਕਰੋ, ਤੁਸੀਂ ਪਵਿੱਤਰ ਚੁੰਮੇ ਨਾਲ ਸਭਨਾ ਭਰਾਵਾਂ ਦੀ ਸੁੱਖ ਸ਼ਾਂਤ ਕੀ ਕਰੋ, ਪੁੱਛੋ। ਕੌਣ ਕਹਿ ਰਿਹਾ? ਪਲੂਸ। ਵੇਲੋ ਇੱਥੇ ਆਪਾਂ ਕੀ ਸੁਣਿਆ? ਅੱਜ ਮੰਨ ਲਓ ਘਰ 'ਚ ਬਿਮਾਰੀ ਆ, ਕੁਛ ਵੀ ਆ, ਪ੍ਰਭੂ ਨੇ ਕਿਹਾ ਸਦਾ ਹੀ ਆਨੰਦ ਰਹਿ, ਨਿਤ ਪ੍ਰਾਰਥਨਾ ਕਰ, ਕੋਈ ਛੁੱਟੀ ਨਹੀਂ, ਹਰ ਹਾਲ ਵਿੱਚ ਧੰਨਵਾਦ ਕਰ।
क्योंकि प्रभु यीशु की यहो मर्जी है, नहीं कि अज टेंशन आ गई घर च दवा छड़ दी है, नहीं। बाइबल च लिखा विपता के दिन जे तू ढिला पै जाएगा तो तेरा बल की हो जाएगा, घट जाएगा। इस करके मेरे जीजो ये दुख सुख साडे जिंदगी च आने आ, आपां प्रभु के नाल शिकायत नहीं करते कि प्रभु क्यों होया। क्योंकि वेखो मैं एक चीज़ नूं जानदा कि जो बनिया वा एक दिन उन्हें टुटना भी है। एक समा लाउण दा, एक समा पुट्टण दा, एक समा मरन दा, एक समा जम्मन दा। हर चीज़ का प्रभु ने एक वेला की है ठहराया। इन्हां गल्लां नूं लै के कमज़ोर नहीं होना। लिखे मैं तुहानूं प्रभु यीशु दी सौं दिंदा हाँ, जो ये पत्री सबना भरावां नूं पढ़ के सुनाओ, साडे प्रभु यीशु मसीह दी किरपा तुहाडे ते हुंदी की आ। सब बोले आमीन। ये संत पौलुस दा लास्ट वाला जिहड़ा आपां मैसेज सुनिया कि सदा आनंद रहना, नित प्रार्थना करनी, हर हाल च धन्नवाद करना, आत्मा नूं ना बुझाओ। आत्मा कदों बुझदा? जदों प्रेयर बंद हो जाती, रोजे बंद हो जाते, बाइबल पढ़नी बंद कर दी, फास्टिंग करने बंद कर दे, वर्त रखने बंद, चर्च आना बंद, तो समझ लो शैतान नूं समा की हो गया, मिल गया। ये चीज़ तो बचना। आमीन। तो गॉड ब्लैस यू। प्रभु इस वचन द्वारा तुहानूं सब नूं ब्लैस करे। सब जन अपनी अखां नूं बंद करांगे, खुदा दी हजूरी में चलांगे। गवाइयां दी नहीं है भैन भराओ, किसी दी गवाही कोई हैगी हैगी? होर किसी दी हैगी गवाही? 3-4 घट तो घट होनी चाहिए। जे हैगियां ठीक नहीं तो फिर संडे करावांगे, आपां संडे करांगे, कोई नहीं। आओ सारे अपनी अखां नूं बंद करो, प्रभु दी हजूरी में चले जो सब इस मैसेज के द्वारा। प्रभु यीशु मसीह तुहाडा धन्यवाद हो, तारीफ करदे परमेश्वर। अज प्रभु जी जो तुसी मसा दे वास्ते सानू सिखाया कि मसा होना बेहद जरूरी है। सानू पता होना चाहिए शैतानी आत्मावां कि जां बीमारी है। अज परमेश्वर इस मसा के द्वारा इनू रोक जरा धन्यवाद करते। सारी महिमा सारा आदर तुहानू देना। बैठ जाते। धन्यवाद करदा प्रभु जी, सारा आदर तुहानू देने प्रभु जी। और जिन्ने भैन भरा इस जगह अज वचन सुनिया, इन्होंने बड़े ध्यान दे के तुहाडी बाणी नू सुनिया कि जे मैं मसा च ना होई तो मेरी एक साइड कट्टी आ। खुदा तुसी मसा दे विच भी भरे सी, तुसी ज्ञान दे विच भी भरे सी, तुसी शरीरिक भी सी, तुसी स्पिरिचुअल भी सी। प्रभु तुसी दोनों चीज़ां दे नाल चलदे सी। परमेश्वर मैं तुहाडा धन्यवाद करदा। अज तुहाडा मसा इन्हां दे उपर आ रहा खुदावंद, और जिन्नियां भी चीज़ां इन्हां दे शैतान ने चुराइयां तुसी डबल करके दे दो। तुहाडी अनाइंटिंग डबल होवे, तुहाडा मसा डबल आवे यूहन्ना 14:14 ना। और ये भैन भरा प्रभु जी दिन प्रति दिन वधन मेरे पिता। और जो लोग नगेले कर रहे, शैतान की गल मार रहे, डेवल नहीं चाहता परमेश्वर की तुहाडी महिमा करिए। रोकदा प्रभु सानू, मरन दे ख्याल पाउंदा मन च, मारना चाहता वा। परमेश्वर तुहाडा धन्यवाद करदा। और खुदा तेरे वचन च लिखा मनुष्यों के खुश करने वाले वांगू विखावे की नौकरी नहीं करो। इस तरह असी अपने परमेश्वर का प्रचार मन ला के करिए। और जिन्ना भैन भरावां ने अज ध्यान दे के तुहाडे वचनां नूं सुनिया, अज असी देखिया मेरे खुदा तुसी आत्मा च मैनू स्पिरिट, ये वचन मैनू आत्मा में तुसी बोलिया कि बोल। और मैं धन्यवाद करदा प्रभु। इस तरह अपने बच्चे नूं सिखाओ। मैं तुहाडे कोल सीखना चाहुंदा पवित्र आत्मा, मैनू वचन बोलना सिखाओ। मैनू प्रभु जी गैर भाषा की समझ दो मेरे पिता। और परमेश्वर मैनू वर्शिप करनी सिखा मेरे खुदा। और खुदा जो भी तुसीं अपने दास नूं मसा दिते है प्रभु जी, मैं मसा नूं ट्रांसफर करा अपने भैन भरावां दे उपर। परमेश्वर ये तुहाडे बच्चे नाल मिल के बहुत सारिया रूहां नूं बचा सक। अज किन्ने लोग भटक रहे ने प्रभु, उन्हां नूं नहीं समझ प्रभु, शैतान सफाई ना मार रहा उन्हां नूं। उन्हें एक आत्मिक चर्च की लोड़ है, एक आत्मिक स्पिरिचुअल दास की लोड़ है मेरे पिता। धन्यवाद करदा प्रभु इस जगह ते प्रभु जो तुसी मसा दे द्वारा वचन दे द्वारा साडे नाल गल कीती, इसे तरह असीं डे बाय डे अपने खुदा दी महिमा च वाधदे जाइए प्रभु। सारा आदर तुहानूं देने। जिन्ने भी भैन भरा इस जगह ते सेवा कर रहे चर्च विच, और उस सेवक है प्रभु उन्हां दे साथ होना, वचन की ग्रोथ बढ़े, सामर्थ की ग्रोथ बढ़े। हर एक डिप्रैशन प्रभु शैतान दा साडे जीवन नूं छड्ड के चला जाए। और प्रभु मैं अपनी फैमिली नूं, अपनी सिस्टरां दे वास्ते प्रेयर करदा, बच्चों वाली प्रेयर करदा, अपने आप नूं तेरे हत्थ च देना। जिन्ने भी मेरे भैन भरा गम जुदा बार बार जो सानूं दासां दी याद तंग करदी मेरे पिता, जो उन्होंने साडे भी नाल चंगे दिन बतीत कीते खुदा प्रभु सानूं यूहन्ना 14:27 की शांति दो पिता। तेरे वचन दे विच लिखिया मैं तेनों अपनी शांति देवांगा, मैं तेनों अपनी शांति देवांगा, तुहाडा दिल ना डरे ना घबराए। प्रभु यीशु यूहन्ना 14:27 दे नाल असीं ब्लैस करदे अपने आप नूं। और पिता तेरे वचन च लिखिया जो मेरी सेवा करदा, जिथे मैं मेरा दास उत्थे होएगा, जो मेरा सेवा करदा मेरा पिता उहदा आदर करेगा। प्रभु यीशु जी इस वचन द्वारा असीं ब्लैस करदे, जो ना 12:26 ना रिसीव करदे मेरे खुदावन। धन्यवाद हो प्रभु जी।
ਅੱਜ ਦੇ ਸਾਰੇ ਇੰਤਜ਼ਾਮ ਨੂੰ ਤੁਹਾਡੇ ਹੱਥ ਨੇ। ਜਿਸ ਤਰ੍ਹਾਂ ਇਹਨਾਂ ਦੀ ਆਉਣ 'ਚ ਮਦਦ ਕੀਤੀ, ਜਾਣ 'ਚ ਮਦਦ ਕਰਨੀ। ਅੱਜ ਜੋ ਵੀ ਇਹਨਾਂ ਨੇ ਵਰਸ਼ਿਪ ਕੀਤੀ ਪ੍ਰਭੂ, ਜੋ ਵੀ ਇਹਨਾਂ ਤੁਹਾਡੇ ਵਚਨਾਂ 'ਚੋਂ ਸਿੱਖਿਆ, ਔਰ ਪਿਤਾ ਤੇਰੇ ਵਚਨ 'ਚ ਲਿਖਿਆ ਤੁਸੀਂ ਪ੍ਰੇਰ ਕਰਾਉਣ ਵਾਲੇ ਨਾ ਬਣੋ, ਪ੍ਰੇਰ ਕਰਨ ਵਾਲੇ ਬਣੋ। ਇਹ ਪ੍ਰਭੂ ਪ੍ਰੇਰ ਦੇ ਯੋਧੇ ਬਣ, ਵਚਨਾਂ ਦੇ ਯੋਧੇ ਬਣ, ਸ਼ੈਤਾਨ ਦਾ ਸਿਰ ਕੁਚਲ ਦੇ ਯੋਧੇ ਬਣ ਪ੍ਰਭੂ ਸਾਰੇ ਬੱਚੇ। ਔਰ ਤੇਰੇ ਦਾਸ ਦੇ ਜਾਣ ਤੋਂ ਬਾਅਦ ਅਸੀਂ ਵਧੀਆ ਹੀ ਘਟੀਏ ਨਾ ਪਿਤਾ। ਜਿਸ ਤਰ੍ਹਾਂ ਮੂਸਾ ਦੀ ਡੈਥ ਤੋਂ ਬਾਅਦ ਯਹੋਸ਼ੂ ਨੇ ਪ੍ਰਭੂ ਜੀ ਕੰਮ ਕੀਤਾ, ਔਰ ਪ੍ਰਭੂ ਨੇ ਵਫਾਦਾਰੀ ਦੇ ਨਾਲ ਆਪਣੇ ਕੰਮਾਂ ਨੂੰ ਕੀਤਾ, ਔਰ ਉਸਨੇ ਬੋਲਿਆ ਕਿ ਮੈਂ ਔਰ ਮੇਰਾ ਘਰਾਣਾ ਪ੍ਰਭੂ ਪਰਮੇਸ਼ਵਰ ਦੀ ਹੀ ਸੇਵਾ ਕਰਾਂਗੇ। ਔਰ ਪ੍ਰਭੂ ਜੋ ਅੱਜ ਮੈਂ ਤੁਹਾਡੇ ਵਚਨਾਂ ਦੇ ਵਿੱਚੋਂ ਪੜ੍ਹਿਆ ਪ੍ਰਭੂ, ਮੈਨੂੰ ਇਸ ਵਚਨ ਦੁਆਰਾ ਚੱਲਣ ਵਾਲਾ ਜੀਵਨ ਦਿਓ। ਪਾਸਟਰ ਪਾਲ ਜੀ ਦੇ ਵਾਸਤੇ ਪ੍ਰੇਅਰ ਕਰਦੇ, ਪਾਸਟਰ ਅਮਰੀਕ ਜੀ ਦੇ ਵਾਸਤੇ ਪ੍ਰੇਅਰ ਕਰਦੇ ਹਾਂ, ਔਰ ਜਿੰਨੇ ਵੀ ਇਸ ਨਗਰ 'ਚ ਬਿਮਾਰ ਨੇ, ਦੁਖੀ ਨੇ ਪ੍ਰਭੂ ਜੀ, ਉਹਨਾਂ ਨੂੰ ਤੁਹਾਡੇ ਹੱਥ 'ਚ ਦੇਣੇ ਪ੍ਰਭੂ। ਸਾਰਾ ਆਦਰ ਧੰਨ ਇਹਨਾਂ ਦੇ ਆਤਮਾ ਵਿੱਚ, ਪਰਿਵਾਰਾਂ ਨੂੰ ਛੂਹਣੇ ਪਰਮੇਸ਼ਵਰ। स्पिरिचुअल आइज ओपन हो जाए प्रभु जी। थैंक यू जीसस, धन्यवाद। सारी महिमा सारा आदर तुहानू देने यीशु के नाम में, आमीन आमीन आमीन। आज साडे बाप तू जो समान ते तुहाडा नाम पाक मन जाए, तुहाडा राज आए, तुहाडी मर्जी जिस तरह आसमान ते पूरी जमीन ते पूरी। साडे रोज़ की रोटी आसन दे, साडे कसूर सानू माफ़ करो जिस तरह असीं अपने कसूरवारां नू माफ़ कर दे। सानू जमैश च ना पाए, सो बुराई तो बचाए, क्यों जो बादशाह कुदरत जलाल हमेशा हमेशा तुहाडा। सब बोले आमीन आमीन आमीन। खुदा बाप की मोहब्बत, रूह पाक की रफाकत और शराकत हुण तो लैके हमेशा तक साडे सारे नाल हुंदा रहे। सब बोले आमीन आमीन आमीन। सब जन जोर दी तारीफ करांगे परमेश्वर दे वास्ते। ठीक है जी, गॉड ब्लैस यू। प्रभु तुहानू सब नू ब्लैस करे। आमीन।